ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ ਦੋਹਰਾ ਮੱਲੂ ਸ਼ਾਹੀ ਆਏ ਕਰ ਸ੍ਰੀ ਅੰਗਦ ਕੇ ਪਾਸ ਕਰ ਬੰਧਨ ਬੈਠਿਓ ਨਿਕਟ ਬਿਨਤੀ ਕੀਨ ਪ੍ਰਕਾਸ਼ ਮੱਲੂ ਸ਼ਾਹੀ ਆਏ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਅੰਮ੍ਰਿਤ ਵੇਲੇ ਦੀ ਦੀਵਾਨ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਕੀਰਤਨ ਤੋਂ ਉਪਰੰਤ ਆਪਾਂ ਕੁਝ ਦਿਨ ਤੋਂ ਗੁਰੂ ਅੰਗਦ ਸਾਹਿਬ ਜੀ ਦਾ ਇਤਿਹਾਸ ਸਰਵਣ ਕਰ ਰਹੇ ਹਾਂ। ਜਿਸ ਤਰ੍ਹਾਂ ਆਪ ਜੀ ਦੀ ਹਜ਼ੂਰੀ ਵਿੱਚ ਸੇਵਾ ਕਰਨ ਵਾਲੇ ਗੁਰਸਿੱਖ ਰਹੇ ਤਥਾ ਬਾਹਰੋਂ ਆ ਕੇ ਆਪ ਜੀ ਦੇ ਪਾਸੋਂ ਉਪਦੇਸ਼ ਸੁਣ ਕੇ ਨਿਹਾਲ ਹੋਏ, ਉਹ ਗੁਰਸਿੱਖਾਂ ਦੇ ਪ੍ਰਸੰਗ ਪ੍ਰਾਰੰਭ ਹੋਏ ਨੇ। ਜਿਨ੍ਹਾਂ ਪ੍ਰਸੰਗਾਂ ਵਿੱਚੋਂ ਕੱਲ ਭਾਈ ਜੀ ਦਾ ਜੋ ਗੁਰੂ ਮਹਾਰਾਜ ਦਾ ਭੋਜਨ ਪ੍ਰਸ਼ਾਦਾ ਤਿਆਰ ਕਰਕੇ ਸ਼ਰਧਾ ਭਾਵਨਾ ਨਾਲ ਛਕਾਉਣ ਦੀ ਸੇਵਾ ਕਰਨ ਵਾਲਾ ਸੀ, ਉਹਦਾ ਸੁਣਿਆ ਹੈ ਇੱਕ ਦਿਨ ਬੜੀ ਤਿੱਖੀ ਹਨੇਰੀ ਚੱਲ ਪਈ ਹੈ। ਸਾਰੀ ਦਿਹਾੜੀ ਚੱਲੀ ਗਈ, ਥੋੜਾ ਜਿਹਾ ਦਿਨ ਬਾਕੀ ਰਹਿ ਗਿਆ ਹੈ। ਸ਼੍ਰੀ ਗੁਰੂ ਅੰਗਦ ਸਾਹਿਬ ਜੀ ਅੱਗੇ ਬੇਨਤੀ ਕਰ ਲਈ ਕਿ ਮਹਾਰਾਜ ਆਪ ਬਾਗ ਕਰੋ, ਇਹ ਤਿੱਖੀ ਝੱਖੜ ਮਿੱਟੀ ਕੱਟੇ ਵਾਲੀ ਹਨੇਰੀ ਹਟ ਜਾਏ, ਮੈਂ ਥੋੜੇ ਸਮੇਂ ਭੋਜਨ ਤਿਆਰ ਕਰਕੇ ਆਪ ਨੂੰ ਛਕਾ ਦੇਵਾਂ, ਫਿਰ ਭਾਵੇਂ ਸਾਰੀ ਰਾਤ ਹੀ ਚੱਲੀ ਜਾਏ। ਲੇਕਿਨ ਹੁਣ ਤਾਂ ਇਉਂ ਦਿਸਦਾ ਹੈ ਵੀ ਤਿੱਖੀ ਚੱਲ ਰਹੀ ਹੈ, ਸ਼ਾਇਦ ਅੱਧੀ ਰਾਤ ਤੱਕ ਇਸੇ ਤਰ੍ਹਾਂ ਹੀ ਚੱਲੀ ਜਾਏ। ਇਹ ਆਪ ਜਵਾਬ ਕਰੋ। ਗੁਰੂ ਮਹਾਰਾਜ ਕਹਿੰਦੇ ਵੀ ਐਸਾ ਤਾਂ मन विच फुरना न लियाना चाहिए, ना ही जवान राही कहना चाहिए भी हनेरी हट जाए, क्योंकि परमेश्वर जो कुछ कर करा रहा है वो जीवां दे भले वास्ते कर रहा है। ये जे पूछे भी है चक्कर हनेरी चल के परमेश्वर की कर रहा है, इसे बहाने रोजी जियां दा प्रबंध कर रहा है। ਜਿਹੜੇ ਸਮੁੰਦਰੀ ਜਹਾਜ਼ ਆ ਉਹਨਾਂ ਵਿੱਚ ਜਿਨ੍ਹਾਂ ਨੇ ਸਾਜੋ ਸਮਾਨ ਲੱਦਿਆ ਉਹ ਕਿਨਾਰੇ ਤੇ ਖੜੋਤੇ ਹੈ। ਹਨੇਰੀ ਚੱਲੀ ਹੈ, ਹੁਣ ਉਹ ਸਮੁੰਦਰੀ ਜਹਾਜ਼ ਚੱਲ ਪੈਣਗੇ, ਕਿਸੇ ਹੋਰ ਟਾਪੂ ਵਿੱਚ ਲਾ ਲੱਗਣਗੇ। ਜਿਨ੍ਹਾਂ ਨੇ ਸਾਜੋ ਸਮਾਨ ਲੱਦਿਆ ਉੱਥੇ ਉਤਾਰ ਕੇ ਉਹ ਵੇਚਣਗੇ, ਲਾਹ ਕੱਟ ਕੇ ਫਿਰ ਵਾਪਸ ਪਰਤ ਕਰਨਗੇ। ਇਸੇ ਤਰ੍ਹਾਂ ਜਿਹੜੀ ਕੋਈ 50 ਕਰੋੜ ਧਰਤੀ ਹੈ, ਉਹਦੇ ਵਿੱਚੋਂ 50 ਕਰੋੜ ਜਿਹੜੀ ਤਾਂਬੇ ਦੀ ਧਰਤੀ ਹੈ, 49 ਕਰੋੜ ਬਾਕੀ ਧਰਤੀ ਹੈ। ਇਹ ਤਾਂਬੇ ਦੀ ਧਰਤੀ ਤੇ ਜਿਹੜੇ ਪਰਮੇਸ਼ਰ ਦਾ ਨਾਮ ਨਹੀਂ ਨਾ ਜਪਦੇ ਤੇ ਤਸਕਰ ਜੋ ਨਾਮ ਨਾ ਲੇਵੇ ਬਾਸਾ ਕੋਟ 85, ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕਿਹਾ ਵੀ ਉਹ 50 ਕਰੋੜ ਯੋਜਨ ਧਰਤੀ ਵਿੱਚ ਸੱਪ ਬਣ ਕੇ ਰਹਿੰਦੇ। ਉਹ ਸਜ਼ਾ ਹੀ ਭੋਗ ਰਹੇ, ਪਰ ਫਿਰ ਵੀ ਖਾਣ ਪੀਣ ਦਾ ਪ੍ਰਬੰਧ ਤਾਂ ਉਹਨਾਂ ਨੇ ਕਰ ਰਹੀਆਂ ਵਾਹਿਗੁਰੂ ਨੇ। ਉਹਨਾਂ ਦਾ ਖਾਣਾ ਇਹ ਮਿੱਟੀ ਹੈ, ਇੱਕ ਮਿੱਟੀਆ ਮੈਂ ਮਿੱਟੀਆ ਖਾਹੇ ਜਿਵੇਂ ਲਿਖਿਆ ਹੈ, ਉਹ ਮਿੱਟੀ ਵਿੱਚ ਹੀ ਰਹਿੰਦੇ, ਮਿੱਟੀ ਖਾਂਦੇ ਨੇ। ਇਹ ਜਿਹੜੀ ਹਨੇਰੀ ਹੈ ਚੱਲ ਰਹੀ ਹੈ, ਜਿਹੜਾ ਮਿੱਟੀ ਕੱਟਾ ਉੱਡ ਕੇ ਉੱਥੇ ਉਹ ਤਾਂਬੇ ਦੀ ਧਰਤੀ ਵਿੱਚ ਚਲਾ ਜਾਓ, ਉਹ ਜਿਹੜੇ ਸਭ ਜ਼ਹਿਰੀਲੇ ਹੈ ਸਜ਼ਾ ਭੋਗ ਰਹੇ ਹੈ, ਉਹ ਆਪੋ ਆਪਣੇ ਕੁੰਡਲਾਂ ਵਿੱਚ ਇਹਨੂੰ ਸੰਭਾਲ ਲੈਣਗੇ, ਇਸ ਤਰ੍ਹਾਂ ਜ਼ਿੰਦਗੀ ਆਪਣਾ ਨਿਵਾਹ ਕਰਨਗੇ। ਤੇ ਤੇਰਾ ਕੀ ਹੈ ਵੀ ਚਲੋ ਜੀ ਸ਼ਾਮ ਨੂੰ ਹਟ ਗਈ ਕਰ ਲਈ, ਨਹੀਂ ਤਾਂ ਫਿਰ ਸਵੇਰੇ ਹੋ ਜਾਏਗਾ। ਇਸ ਤਰ੍ਹਾਂ ਦਾ ਭਾਗ ਕਰਕੇ ਕੌਣ ਵੀ ਆਪਣੇ
उसते जीवां दा दोष लै ले, क्योंकि सारे भुखे तिहाए रह जाणगे। इस तरह भी जिहड़ा सियाणा उसनूं तां परमेश्वर गुरु की आग्या विच रजा विच ही राजी रहना चाहिए, फिर ही उसकी सिक्खी कबूल है, जीवन भी सुहेला है। भाई पारो जलका जी डल्ला तो चल के आए, इसने परमहंसा के लक्षण पुछ ले। गुरु महाराज ने जिवें खोल खोल के दस दिता भी जिहड़े हंस तां ओह हुंदे जिहड़े मानसरोवर ते रह के मोती ना चुगदे। जिहड़े परमहंस है वो साध संगत रूपी जिहड़ा मानसरोवर है, उत्थे रलदे होए वो मुक्ति रूपी जिहड़ा मोती ओहदा चोगा चुगदे। मुक्ति दे प्राप्त करन वास्ते वो जिहड़ा साधन कर रहे है ना, अभ्यास कमाई कर रहे हैं, यही समझ लो मोती वो चोग चुग रहे हैं। इस तरह जिवें हंस दे अगे पानी रला के दुध रख रहीए, वो चिंज मार के बुखरा कर दिंदा है, दुध दीआं फुटियां चुल्ले छक लैंदा है, पानी छड्ड दिंदा है। इस तरह जिहड़े परमांस है वो शरीर ते जिहड़ा आत्मा एक हो रहा, दुध पानी बाहर। इन्हूं विचार करके विचार चुंझ दे नाल पदार्थां रूपी जिहड़ा पानी है, संसार रूप पानी नूं वखरा कर दिंदे, मिर्चत नीचे कर रूप। जिहड़ा आत्मा है वो दुध वांग है, उज्जल महान, ਉਹਨੂੰ ग्रहण कर लेंदे, उस आपे दी लखता कर लेंदे। जिहड़े ऐसे होण उन्हां नूं परमहंस कहा जांदा है। इस तरह सारा प्रसंग आपां सुनिया है। फिर अखीर ते कहा भी गुरु अमरदास साहिब जी की हजूरी विच भी भाई पारो जी रहे। जिस तरह की इहदी कथा वो अगे होएगी, जो गुरु अमरदास साहिब जी का प्रसंग आएगा वो थोड़ी बहुती बयान करांगे। इस नाल ही अंशु की समाप्ति होगी, नाल ही आपां दीवान की समाप्ति कर दी सी। अगे जिवें गुरु के सिख गुरु अंगद साहिब की हजूरी विच आए, उन्होंने उपदेश दे के आप जी ने निहाल किया कि जिहो जिहा कोई काम कर रहा सी ਉਹਦੇ ਤਾਂ ਉਹੀ ਜਿਹੀ उपदेश दे के आप जी ने निहाल कर दिता। वो प्रसंग आउंदे गुरसिखां दे, मन चित ला के सुनिए जी। मल्लू शाही आए कर। हाँ, कवि संतोख सिंह जी कहते हैं, श्रोता जनो गुरु अंगद साहिब महाराज जी के पास मल्लू नामे जिहड़ा चंगा शाहूकार सी, ਜਾਂ शाही जी की अल सी, वो मल्लू शाही ने आकर के श्री अंगद के पास मान सतगुरु अंगद साहिब जी की हजूरी विच कर बंधन बैठियो निकट। सब तो पहला जो गुरु घर की मर्यादा है भी मत्था टेकना, नमस्कार करके कोल बैठ गया है चौंकड़ा मार के। बिनती कीन प्रकाश। इसे तरह कहते प्रगट ही बेनती की है, यानी जबान तो बोल के बेनती की है। इनू प्रकाश करना, प्रगट बेनती करनी, जिहड़ा बोल के कुछ कहना है। कि अंदरे अंदर ही जिहड़ी कोई असी बेनती सुरत नाल करदे हैं तो वह अंतरी रूप बेनती है, उन्होंने असी प्रगट बेनती का ना नहीं है। जिवें हुण असी अरदास समाप्ति तो बाद बेनती करांगे, अरदास करांगे, ये प्रकाश बेनती है, प्रगट बेनती है। एक जरा असी जो गुरु महाराज की हजूरी विच आके अपनी अरदास करते हैं, फिर असी नहीं भी बोलते, मन राही ही अंदरे अंदरे कह लेने हाँ।
ਸੋ ਇਸ ਕਰਕੇ ਉਹ ਪ੍ਰਗਟ ਬੇਨਤੀ ਨੇ ਇਸ ਤਰ੍ਹਾਂ ਕਹਿੰਦੇ ਇਹਨੇ ਜਵਾਨ ਰਾਹੀਂ ਬੋਲ ਕੇ ਗੁਰੂ ਮਹਾਰਾਜ ਅੱਗੇ ਬੇਨਤੀ ਕੀਤੀ ਹੈ। ਚੌਪਈ ਸ੍ਰੀ ਗੁਰੂ ਮੈਂ ਕਾਰਨ ਕਲਿਆਣ। ਕੀ ਬੇਨਤੀ ਕੀਤੀ ਹੈ ਕਿ ਹੇ ਗੁਰੂ ਅੰਗਦ ਸਾਹਿਬ ਮਹਾਰਾਜ ਮੈਂ ਆਪਣੀ ਕਲਿਆਣ ਕਰਨ ਵਾਸਤੇ ਮੁਕਤ ਹੋਣ ਵਾਸਤੇ ਆਇਓ ਸੁਨ ਤੁਮ ਸੁਜਸ ਮਹਾਨ। ਆਪ ਜੀ ਦਾ ਬੜਾ ਭਾਰੀ ਸੇਠ ਜਸ ਸੁਣ ਕੇ ਆਇਆ ਹਾਂ। ਜਹ ਅਬ ਆਪਣੋ ਉਪਦੇਸ਼। ਇਸ ਕਰਕੇ ਹੇ ਗੁਰੂ ਅੰਗਦ ਸਾਹਿਬ ਜੀ ਮੈਨੂੰ ਆਪਣਾ ਕੋਈ ਸ਼ੁਭ ਉਪਦੇਸ਼ ਦੇਣਾ ਕਰੀਏ, ਬਖਸ਼ਣਾ ਕਰੀਏ ਜੀ। ਜਿਸ ਤੇ ਬਿਨ ਸਹਿ ਸਕਲ ਕਲੇਸ਼। ਜਿਸ ਉਪਦੇਸ਼ ਦੇ ਕਮਾਉਣ ਕਰਕੇ ਮੇਰੇ ਸਾਰੇ ਜਿਹੜੇ ਕਲੇਸ਼ ਝਗੜੇ ਝਾਂਜੇ ਖਤਮ ਹੋ ਜਾਣ। ਕਰਤ ਚਾਕਰੀ ਮੁਗਲਨ ਕੇਰੀ। ਇਹ ਸਤਿਗੁਰੂ ਅੰਗਦ ਸਾਹਿਬ ਮਹਾਰਾਜ ਇੱਕ ਮੁਗਲ ਹੈ, ਉਹਦੇ ਕੋਲ ਮੈਂ ਨੌਕਰੀ ਕਰਦਾ। ਕਰਉ ਜੀਵਕਾ ਤਹਾਂ ਕਨੇਰੀ। ਤੇ ਮਹਾਰਾਜ ਮੈਂ ਤਕੜੀ ਉਪਜੀਵਕਾ ਕਰਦਾ, ਬਹੁਤ ਤਕੜੀ ਤਨਖਾਹ ਮੈਨੂੰ ਮਿਲਦੀ ਹੈ, ਖੁੱਲਾ ਡੁੱਲਾ ਗੁਜ਼ਾਰਾ ਮੇਰਾ ਚੱਲਦਾ ਹੈ। ਹਲਤ ਪਲਤ ਮੁਖ ਉਜਲ ਰਹੈ। ਇਸ ਤਰ੍ਹਾਂ ਮੁਗਲ ਕੋਲ ਨੌਕਰੀ ਕਰਦਿਆਂ ਮਹਾਰਾਜ ਮੇਰਾ ਜਿਹੜਾ ਲੋਕ ਪਰਲੋਕ ਦੇ ਵਿੱਚ ਜਿਹੜਾ ਮੂੰਹ ਉਜਲਾ ਰਹਿਣਾ ਚਾਹੀਦਾ ਹੈ। ਅਸ ਕਰਨੀ ਕੋ ਮਮ ਚਿਤ ਚਾਹੈ। ਉਹ ਚੰਗੀ ਕਰਨੀ ਕਮਾਈ ਕਰਨ ਵਾਲੀ ਰਹਿ ਸਕਦਾ। ਇਹੋ ਜਿਹੀ ਚੰਗੀ ਕਰਨੀ ਕਮਾਈ ਨੂੰ ਕਰਨ ਵਾਸਤੇ ਮੇਰਾ ਚਿਤ ਚਾਹੁੰਦਾ ਹੈ। ਸੁਨ ਕਰ ਸ਼ਰਦਾ ਪਿਖ ਕਰ ਭਾਰੇ। ਗੁਰੂ ਮਹਾਰਾਜ ਨੇ ਇਹਦੀ ਬੇਨਤੀ ਸੁਣ ਕੇ ਤੇ ਭਾਰੀ ਸ਼ਰਧਾ ਵੇਖ ਕੇ ਸ੍ਰੀ ਅੰਗਦ ਗੁਰ ਬਾਕ ਉਚਾਰੇ। ਸਵੇਰੇ ਸੁਹਾਏ ਮਾਨ ਗੁਰੂ ਅੰਗਦ ਸਾਹਿਬ ਜੀ ਨੇ ਮੁਖੋਂ ਸ਼ੁਭ ਬਚਨ ਕਹੇ। ਭਾਈ ਮੱਲੂ ਹਿਰਦੇ ਵਿਚਾਰਹੁ। ਭਾਈ ਮੱਲੂ ਜੀ ਆਪਣੇ ਹਿਰਦੇ ਵਿੱਚ ਚੰਗੀ ਤਰ੍ਹਾਂ ਤੂੰ ਸੋਚ ਵਿਚਾਰ ਲੈ। ਦੇਹ ਅਨਿਤ ਸਦਾ ਨਿਰਧਾਰਹੁ। ਇਹਦਾ ਤੂੰ ਨਿਰਣੇ ਕਰ ਲੈ ਚੰਗੀ ਤਰ੍ਹਾਂ ਵੀ ਜਿਹੜੀ ਦੇਹ ਆ ਉਹ ਤਾਂ ਅਨਿਤ ਹੈ, ਹਮੇਸ਼ਾ ਨਾਸਵੰਤ ਹੈ, ਦੇਹ ਨੇ ਰਹਿਣਾ ਨਹੀਂ ਹੈ ਸਦਾ ਲਈ। ਸੋ ਤਾਂ ਮਿਰਤਕ ਜਾਨ ਹੀ ਲੀਜੈ। ਜਿਹੜੀ ਦੇਹ ਹੈ ਨਾਸਵੰਤ ਹੋਣ ਕਰਕੇ ਨੂੰ ਤਾਂ ਤੂੰ ਮਰ ਜਾਣ ਵਾਲੀ ਹੀ ਜਾਣ ਲੈ। ਸਮਝ ਲੈ ਵੀ ਇੱਕ ਦਿਨ ਇਹਨੇ ਖਤਮ ਹੋ ਜਾਣਾ ਹੈ। ਇਸ ਹਿਤ ਚਿਤ ਨਹਿ ਸੰਸਾ ਕੀਜੈ। ਇਹਦੇ ਵਾਸਤੇ ਚਿੱਤ ਵਿੱਚ ਕੋਈ ਸੰਸਥਾ ਨਹੀਂ ਕਰਨਾ ਚਾਹੀਦਾ ਵੀ ਸ਼ਾਇਦ ਦੇਹ ਰਹੂਗੀ ਕਿ ਨਹੀਂ ਰਹੂ। ਇਹਨੇ ਦੇਹ ਨੇ ਰਹਿਣਾ ਨਹੀਂ ਹੈ। ਆਤਮ ਸਦਾ ਸਾਚ ਹੀ ਜਾਣੋ। ਦੇਹ ਦੇ ਵਿੱਚ ਜਿਹੜਾ ਆਤਮਾ ਹੈ ਉਸ ਨੂੰ ਸਦਾ ਸੱਚਾ ਜਾਣੋ, ਸਦਾ ਰਹਿਣ ਵਾਲਾ ਸਮਝੋ। ਇਸ ਕੋ ਮਾਰਿਓ ਕਿਸ ਕੋ ਮਾਰਿਓ ਮਰਹਿ ਨਾ ਮਾਨੋ। ਇਹ ਮੰਨ ਲੈ ਵੀ ਉਹ ਜਿਹੜਾ ਆਤਮਾ ਕਿਸੇ ਦਾ ਮਾਰਿਆ ਹੋਇਆ ਮਰਦਾ ਨਹੀਂ ਹੈ। ਪਾਵਕ ਦਾਹ ਕਰਤ ਨਹੀਂ ਤਿਸੈ। ਤੂੰ ਕਹੇ ਵੀ ਅੱਗ ਤਾਂ ਸਾੜ ਦਿੰਦੀ ਹੋਊਗੀ ਆਤਮਾ ਨੂੰ, ਕਹਿੰਦੇ ਦੇਹ ਨੂੰ ਸਾੜ ਦਿੰਦੀ ਅੱਗ ਲਾਈਏ। ਕਹਿੰਦੇ ਉਹ ਆਤਮਾ ਨੂੰ ਜਿਹੜੀ ਅੱਗ ਹੈ ਉਹ ਸਾੜਨਾ ਨਹੀਂ ਕਰਦੀ, ਸਾੜ ਨਹੀਂ ਸਕਦੀ ਹੈ। ਜਲ ਨਾ ਡੁਬਾਏ ਸਕੈ ਨਿਜ ਵਿਸੈ। ਇਸੇ ਤਰ੍ਹਾਂ ਦੇਹ ਤਾਂ ਪਾਣੀ ਵਿੱਚ ਡੁੱਬ ਜਾਂਦੀ ਹੈ ਤੇ ਜਿਹੜਾ ਆਤਮਾ ਉਹ ਪਾਣੀ ਉਹਨੂੰ ਆਪਣੇ ਵਿੱਚ ਡੁਬੋ ਨਹੀਂ ਸਕਦਾ ਹੈ। ਸ਼ਸਤਰਨ ਤੇ ਨਹਿ ਛੇਦਿਓ ਜਾਏ। ਬਾਕੀ ਦੇਹ ਦੇ ਸ਼ਸਤਰ ਮਾਰੀਏ ਸਰੀਰ ਕੱਟਿਆ ਵੱਢਿਆ ਜਾਂਦਾ। ਜਿਹੜਾ ਇਹਦੇ ਵਿੱਚ ਆਤਮਾ ਉਹ ਕਿਸੇ ਸ਼ਸਤਰਾਂ ਨਾਲ ਗਰਾਸੀਆਂ ਬਰਸ਼ਿਆਂ ਨਾਲ ਤਲਵਾਰਾਂ ਨਾਲ ਕੱਟਿਆ ਵੱਢਿਆ ਨਹੀਂ ਜਾਂਦਾ ਹੈ। ਜਿਸ ਕੋ ਪੌਣ ਨਾ ਸਕੈ ਡੁਲਾਏ। ਜਿਵੇਂ ਤਿੱਖੀ ਹਵਾ ਹਨੇਰੀ ਆ ਜਾਏ ਤੇ ਦੇਹ ਉੱਡ ਜਾਂਦੀ ਹੈ। ਕਹਿੰਦੇ ਉਹਨੂੰ ਜਿਹੜੀ ਪੌਣ ਹੈ ਤਿੱਖੀ ਉਹ ਵੀ ਡੁਲਾ ਨਹੀਂ, ਹਿਲਾ ਚਲਾ ਨਹੀਂ ਸਕਦੀ, ਉਡਾ ਨਹੀਂ ਸਕਦੀ ਹੈ। ਕਾਲ ਵਿਨਾਸ਼ਕ ਸਭਨ ਵਿਸਾਲਾ। ਇਹ ਵੀ ਮੱਲੋ ਸ਼ਾਹੀ ਜਿਹੜਾ ਕਾਲ ਹੈ ਉਹ ਕਹਿੰਦੇ ਸਾਰਿਆਂ ਦਾ ਨਾਸ਼ ਕਰਨ ਵਾਲਾ ਮਹਾਨ ਬਲੀ ਹੈ। ਆਤਮ ਹੈ ਕਾਲ ਕੋ ਕਾਲਾ। ਜਿਹੜਾ ਸਰੀਰ ਵਿੱਚ ਨਿਵਾਸ ਕਰ ਰਿਹਾ ਆਤਮਾ ਉਹ ਤਾਂ ਕਾਲ ਦਾ ਵੀ ਕਾਲ ਹੈ, ਭਾਵ ਕਾਲ ਤੋਂ ਰਹਿਤ ਹੈ ਉਹ ਆਤਮਾ। ਜਗ ਕੋ ਲਖ ਕੈ ਸੁਪਨ ਸਮਾਨ। ਇਸ ਕਰਕੇ ਵੀ ਸੰਸਾਰ ਨੂੰ ਸੁਪਨੇ ਵੱਧ ਜਾਣ ਕੇ ਵਰਣ ਆਸ਼ਰਮਣ ਕਿਰਿਆ ਸੋ ਠਾਨ। ਜਿਹੜਾ ਕੋਈ ਪੁਰਸ਼ ਹੈ ਜਿਹੋ ਜਿਹਾ ਉਹਦਾ ਵਰਣ ਹੈ ਜਾਂ ਆਸ਼ਰਮ ਹੈ, ਵਾਨਪ੍ਰਸਥੀ ਹੈ ਕਿ ਉਹ ਬ੍ਰਹਮਚਾਰੀ ਹੈ ਕਿ ਸੰਨਿਆਸੀ, ਉਹ ਸੰਸਾਰ ਨੂੰ ਕਿਰਿਆ ਕਰਨੀ ਚਾਹੀਏ। ਖੱਤਰੀ ਹੈ ਤਾਂ ਖੱਤਰੀ ਸੋ ਖੱਤਰੀ ਜੋ ਕਰਮਾ ਕਾ ਸੂਰ। ਖੇਤ ਪਛਾਣਾ ਖੀਚੈ ਬਦਾਨ ਸੋ ਖੱਤਰੀ ਦਰਗਹਿ ਪ੍ਰਵਾਨ।
इस तरह ਜਿਹੋ ਜਿਹਾ ਕੋਈ ਵਰਨ ਸ਼ਰਮ ਹੋਏ ਅਨੁਸਾਰ ਕੋਈ ਜਿਹੜੀ ਸ਼ੋਭ ਕਿਰਿਆ ਕਰੇ। ब्रह्म ज्ञान को नित अभ्यास है। ਹਾਏ ਉਹ ਵਰਨ ਸ਼ਰਮ ਕਿਰਿਆ ਕਰਦਾ ਹੋਇਆ ਚੰਗੀ ਤੇ ਜਿਹੜਾ ਬ੍ਰਹਮ ਗਿਆਨ ਉਹਦਾ ਅਭਿਆਸ ਕਰਦਾ ਰਹੇ, ਉਹਦੇ ਲਈ ਸਾਧਨ ਕਰਦਾ ਰਹੇ। तन हंता लख झूठ विनाश है। ਸਰੀਰ ਦੀ ਜਿਹੜੀ ਹੰਤਾ ਹੈ ਤਾਂ ਝੂਠੀ ਹੈ, ਇਹ ਨਾਸ ਹੋ ਜਾਣ ਵਾਲੀ, ਇਹਨੂੰ ਝੂਠ ਜਾਣ ਕੇ ਛੱਡ ਦੇਵੇ, ਨਾਸ ਕਰ ਦੇਵੇ। इमहि कृष्ण कीन उपदेश। ਦੇਖ ਲਾਵੇ ਮੱਲੋ ਸ਼ਾਹੀ। ਇਸੇ ਤਰ੍ਹਾਂ ਜਿਹੜੇ ਕ੍ਰਿਸ਼ਨ ਜੀ ਦੁਆਪਰ ਯੁਗ ਵਿੱਚ ਹੋਏ ਹੈ, ਉਹਨਾਂ ਨੇ ਆਤਮਾ ਸੰਬੰਧੀ ਅਰਜਨ ਨੂੰ ਉਪਦੇਸ਼ ਦਿੱਤਾ ਹੈ। ਨੈਨੂੰ ਦਹੰਤੀ ਸ਼ਾਸਤਰਾਣੀ ਨੈਨੂੰ ਦਹੰਤੀ ਪਾਵਕਾ। ਇਹ ਆਤਮਾ ਨੂੰ ਬਈ ਅਰਜਨ ਅੱਗ ਸਾੜ ਨਹੀਂ ਸਕਦੀ ਹੈ ਤੇ ਸ਼ਸਤਰਾਂ ਨੂੰ ਕੋਈ ਕੱਟ ਵੱਢ ਨਹੀਂ ਸਕਦਾ ਹੈ, ਕੌਣ ਉਡਾ ਨਹੀਂ ਸਕਦੀ ਹੈ। ਕ੍ਰਿਸ਼ਨ ਜੀ ਨੇ ਗੀਤਾ ਦੁਆਰਾ ਅਰਜਨ ਨੂੰ ਉਪਦੇਸ਼ ਦਿੱਤਾ ਕਿ ਸ਼ਸਤਰਾਂ ਨਾਲ ਅੱਗ ਨਾਲ ਕੱਟਿਆ ਵੱਢਿਆ ਸਾੜਿਆ ਨਹੀਂ ਜਾਂਦਾ ਆਤਮਾ। अर्जन धारियो हृदय विशेष। ਇਸ ਕ੍ਰਿਸ਼ਨ ਜੀ ਦੇ ਉਪਦੇਸ਼ ਨੂੰ ਅਰਜਨ ਜੀ ਨੇ ਵਿਸ਼ੇਸ਼ ਕਰਕੇ ਧਾਰਨ ਕਰ ਲਿਆ, ਜਿਸ ਕਰਕੇ ਜੰਗ ਯੁੱਧ ਵਿੱਚੋਂ ਫਿਰ ਕੁੱਦ ਪਿਆ ਸੀ। ਦੇਹ ਕੱਟੀ ਵੱਢੀ ਜਾ ਸੀ, ਆਤਮਾ ਤਾਂ ਨਹੀਂ ਕੱਟਿਆ ਵੱਢਿਆ ਜਾਣਾ। ਇਸ ਕਰਕੇ ਜਦੋਂ ਨਹੀਂ ਕੱਟਿਆ ਵੱਢਿਆ ਫਿਰ ਮੈਂ ਮਰੂੰਗਾ ਕਿਵੇਂ, ਮੈਂ ਤਾਂ ਅਮਰ ਹੀ ਰਹਿਣਾ ਹੈ। वर्ण धर्म रण करहो महाने। ਇਸ ਕਰਕੇ ਵੀ ਜਿਹੜਾ ਕੋਈ ਤੇਰਾ ਵਰਨ ਖੱਤਰੀਆਂ ਦਾ ਹੈ ਤੇ ਖੱਤਰੀਆਂ ਦਾ ਜਿਹੜਾ ਧਰਮ ਹੁੰਦਾ ਜੰਗ ਯੁੱਧ ਕਰਨਾ, ਫਿਰ ਵੀ ਤੂੰ ਜੰਗ ਯੁੱਧ ਕਰ ਤਕੜਾ ਹੋ ਕੇ ਕਰ। आत्म साच कूड़ तन जाने। ਆ ਜਿਹੜਾ ਸਰੀਰ ਵਿੱਚ ਆਤਮਾ ਬੈਠਾ ਉਹ ਸੱਚਾ ਹੈ, ਸਦਾ ਰਹਿਣ ਵਾਲਾ ਹੈ। ਸਰੀਰ ਨੂੰ ਹਮੇਸ਼ਾ ਝੂਠਾ ਹੀ ਨਾਲ ਸੰਬੰਧੀ ਜਾਣ। दीजह दान सुकर्म करीजह। ਜਿਹੜੇ ਵੀ ਤੈਨੂੰ ਤਕੜੀ ਤਨਖਾਹ ਮਿਲਦੀ, ਇਹਦੇ ਵਿੱਚੋਂ ਵੀ ਗਰੀਬਾਂ ਨੂੰ ਦਾਨ ਦਿਆ ਕਰ, ਉਹਦੇ ਨਾਲ ਚੰਗਾ ਸ਼ੁਭ ਕਰਮ ਕਰਿਆ ਕਰ। तन बिनसन नह संसा कीजह। ਇਹ ਜੰਗ ਜਦ ਪੈ ਗਿਆ ਸਰੀਰ ਨਾਸ ਹੋ ਜਾਊਗਾ। ਕਹਿੰਦੇ ਸਰੀਰ ਦਾ ਨਾਸ ਹੋਣ ਦਾ ਤਾਂ ਸੰਸਾ ਨਾ ਕਰ। ਇਹ ਤਾਂ ਉਂਝੀ ਨਿਮਨ ਰੋਈ ਬਸ ਖਤਮ ਹੋ ਜਾਂਦਾ, ਪਤਾ ਹੀ ਨਹੀਂ ਕਦੋਂ ਹਾਰਟ ਅਟੈਕ ਜਾ ਹੋ ਜਾਏ, ਕਦੋਂ ਜਾਂਦਿਆਂ ਐਕਸੀਡੈਂਟ ਜਾ ਹੋ ਜਾਏ। ਇਸ ਕਰਕੇ ਸਰੀਰ ਦਾ ਵੀ ਇਹ ਨਾਸ ਹੋ ਜਾਏ ਤਾਂ ਸੰਸਾ ਨਹੀਂ ਕਰਨਾ ਹੈ। देश काल वस्तु मिलती न। ਬਾਕੀ ਵੀ ਜਿਹੜਾ ਸਰੀਰ ਹੈ ਉਹ ਤਾਂ ਜਿਹੜਾ ਦੇਸ਼ ਥਾਂ ਹੈ ਤੇ ਸਮਾਂ ਹੈ। ਇਸੇ ਤਰ੍ਹਾਂ ਜਿਹੜਾ ਕੋਈ ਸ਼ਾਸਤਰ ਹੈ ਵਸੂ ਹੈ ਮਿਲ ਕੇ ਤਿੰਨੇ। तब होए काया प्राण विहीन। ਕਹਿੰਦੇ ਉਹ ਥਾਂ ਆ ਜਾਂਦਾ ਹੈ, ਸਮਾਂ ਆ ਜਾਂਦਾ ਹੈ। ਜੇ ਸਰੀਰ ਦੇ ਵਸਤੂ ਦੇ ਨਾਲ ਇਹਦਾ ਸਰੀਰ ਨਾਸ ਹੋਣਾ, ਸ਼ਸਤਰ ਨਾਲ ਜਾਂ ਰੋਗ ਨਾਲ ਜਦੋਂ ਤਿੰਨੇ ਕਹਿੰਦੇ ਇੱਕ ਥਾਂ ਇਕੱਠੇ ਹੋ ਜਾਣ, ਇਹ ਜਿਹੜਾ ਸਰੀਰ ਹੈ ਪ੍ਰਾਣਾ ਤੋਂ ਬਿਨਾਂ ਹੁੰਦਾ। ਖੋਲ ਕੇ ਦੱਸ ਦਿੰਦੇ ਆ ਜਦੋਂ ਉਮਰ ਦਾ ਜਿਹੜਾ ਪੂਰੀ ਹੋਣ ਦਾ ਸਮਾਂ ਆ ਜਾਏ, ਭਾਵ ਉਮਰ ਪੂਰੀ ਹੋ ਜਾਏ। जिस थल देह गृह सो पावै है। ਜਿਸ ਥਾਂ ਕਹਿੰਦੇ ਉਹ ਸਰੀਰ ਨੇ ਡਿੱਗਣਾ ਟੈਕਟੇਰੀ ਹੋਣਾ, ਉਹ ਥਾਂ ਵੀ ਆ ਜਾਵੇ। तृतीय जिस ते होवन घात। ਤੀਜਾ ਵੀ ਜਿਸ ਦੇ ਨਾਲ ਕਹਿੰਦੇ ਦੇਹ ਦਾ ਖਾਤਮਾ ਹੋਣਾ, ਘੱਟ ਵੱਢ ਹੋਣੀ ਹੈ, ਉਹ ਸ਼ਾਸਤਰ। व्याध के आयुध्या मिल जात। ਰੋਗ ਨਾਲ ਸਰੀਰ ਦਾ ਨਾਸ ਹੋਣਾ ਹੈ ਜਾਂ ਕੋਈ ਸ਼ਸਤਰ ਨਾਲ ਹੋਣਾ ਹੈ, ਕਹਿੰਦੇ ਉਹ ਜਦੋਂ ਸਮਾਂ ਆ ਜਾਂਦਾ ਹੈ ਤੇ ਫਿਰ ਉਹ ਥਾਂ ਵੀ ਆ ਜਾਂਦਾ ਹੈ ਤੇ ਉਹ ਰੋਗ ਵੀ ਆ ਲੱਗਦਾ ਹੈ, ਜਾਂ ਸ਼ਸਤਰ ਵੀ ਮਿਲ ਜਾਂਦਾ, ਸ਼ਸਤਰ ਵੀ ਬਚ ਜਾਂਦਾ ਹੈ। इन तीनों बिन इकट्ठे होए। ਜਿਹੜੇ ਤਿੰਨ ਦਿਨ ਕਰਕੇ ਦੱਸੇ ਆ ਨਾ, ਦੇਸ਼ ਕਾਲ ਵਸਤੂ, ਇਹਨਾਂ ਦੇ ਇਕੱਠਿਆਂ ਤੋਂ ਹੋਏ ਬਗੈਰ। प्राण हान किम नह किस जोए। ਕਹਿੰਦੇ ਪ੍ਰਾਣਾਂ ਦਾ ਨਾਸ ਕਿਵੇਂ ਵੀ ਕਿਸੇ ਤਰ੍ਹਾਂ ਦਾ ਹੁੰਦਾ ਨਹੀਂ ਹੈ, ਤੂੰ ਜੋ ਇਹ ਕੀ ਇਹ ਦੇਖ ਲੈ ਤੱਕ ਲੈ।
दिन त्रै मिले काल रखवारो। देश काल वस्तु तिन्ने मिले तो बगैर इकट्ठे तो होए तो मेरा काल भी रखिया करन वाला हुंदा है। मरत नहीं नीको निर्धारो। चंगी तरह तू निर्णय कर ला भी ये मारिया होया मरदा नहीं है। जेकर जुद्ध आन कित पर ਹੁਣ ਮੁਗਲ ਦੇ ਕੋਲ ਕਹਿ ਕੇ ਚਾਕਰੀ ਕਰਨ ਵਾਲਾ ਹੈ। ਜੇ ਕਿਤੇ ਤੈਨੂੰ ਕਦੇ ਜੰਗ ਜੁਦ ਆਪੇ ਜੰਗ ਕਰਨਾ ਪੈ ਜਾਏ। ਅਲਪ ਕੇ ਬਹੁਤੇ ਨਹੀਂ ਵਿਚਰੈ। ਫਿਰ ਵੀ ਥੋੜੇ ਐਸੀ ਤੇ ਉਧਰ ਬਹੁਤੇ ਆਗੇ ਬੈਰੀ ਇਹ ਨਹੀਂ ਤੈਨੇ ਵਿਚਾਰ ਕਰਨਾ। ਪੀਠ ਨਾ ਦੇਹ ਸਮੁਖ ਰਿਪਲ ਰਹੈ। ਹਾਂ ਕਹਿੰਦੇ ਜਿਹੜਾ ਸੂਰਬੀਰ ਹੁੰਦਾ ਹੈ ਉਹ ਤਾਂ ਪਿੱਠ ਨਹੀਂ ਦਿੰਦਾ ਹੈ, ਸਾਹਮਣੇ ਹੋ ਕੇ ਬੈਰੀ ਨਾਲ ਲੜਦਾ ਹੁੰਦਾ। ਨਿਰਭੈ ਸ਼ਸਤਰ ਬਹਿ ਜਸ ਲਹੈ। ਡਰ ਤੋਂ ਰਹਿਤ ਹੋ ਕੇ ਨਿਰਭੈ ਹੋ ਕੇ ਸ਼ਸਤਰ ਚਲਾਉਂਦਾ ਹੈ ਤੇ ਜਦੋਂ ਫਤਿਹ ਹੁੰਦੀ ਉਹ ਫਿਰ ਜਸ ਲੈਂਦਾ। ਇੱਥੇ ਜਗ ਮਹਿ ਪ੍ਰਾਪਤ ਬ੍ਰਿੰਦ ਪਦਾਰਥ। ਜਦੋਂ ਕਹਿੰਦੇ ਜੰਗ ਯੁੱਧ ਵਿੱਚ ਫਤਿਹ ਹੋ ਜਾਂਦੀ ਹੈ ਫਿਰ ਸੰਸਾਰ ਦੇ ਵਿੱਚ ਨੂੰ ਬਹੁਤੇ ਇਨਾਮ ਵਜੋਂ ਪਦਾਰਥ ਮਿਲ ਜਾਂਦੇ। ਲੈ ਸਤ ਸੰਗਤ ਲਾਏ ਸਕਾਰ। ਜਿਹੜਾ ਸੂਰਬੀਰ ਬਹਾਦਰ ਉਹਨਾਂ ਨੂੰ ਪਦਾਰਥਾਂ ਨੂੰ ਲੈ ਕੇ ਸਤਸੰਗਤ ਦੇ ਵਿੱਚ ਲਾ ਕੇ ਸਤਸੰਗਤ ਵਿੱਚ ਕਰਕੇ ਉਹਨੂੰ ਵਰਤ ਕੇ ਉਹਨੂੰ ਸਫਲ ਕਰ ਲਵੇ। ਜੇ ਰਣ ਮਹਿ ਸਨਮੁਖ ਮ੍ਰਿਤੂ ਪਾਵੈ। ਜੇ ਭਲਾ ਜੰਗ ਦੇ ਵਿੱਚ ਲੜਦਾ ਸਾਹਮਣੇ ਕਹਿੰਦੇ ਮਰੋ ਪਾਵਤ ਕਰ ਲੈ ਸ਼ਹੀਦੀ ਪਾ ਜਾਏ। ਸਵਰਗ ਨਿਸੰਸੈ ਸੂਰ ਸਿਧਾਵੈ। ਜਿਹੜਾ ਸੂਰਬੀਰ ਬਹਾਦਰ ਬਿਨਾਂ ਸੰਸੇ ਤੋਂ ਸਿੱਧਾ ਨਰਕ ਸਵਰਗਾਂ ਨੂੰ ਜਾਂਦਾ। ਇਮ ਦੁਆ ਲੋਕਨ ਉਜਲ ਆਨਨ। ਬਈ ਜਿਹੜਾ ਸੂਰਬੀਰ ਬਹਾਦਰ ਹੈ ਜੰਗ ਜੁੱਧ ਕਰਨ ਵਾਲਾ ਉਹਦਾ ਦੋਹਾਂ ਲੋਕਾਂ ਵਿੱਚ ਮੂੰਹ ਉਜਲਾ ਹੁੰਦਾ ਹੈ। ਕਰ ਕਲਿਆਣ ਏਵ ਨਿਜ ਪ੍ਰਾਨਨ। ਮੱਲੋ ਸ਼ਾਹੀ ਹੁਣ ਸੂਰਬੀਰ ਬਣਦਾ ਤੇ ਇਸ ਤਰ੍ਹਾਂ ਕਹਿੰਦੇ ਆਪਣੇ ਜੀਵ ਦੀ ਕਲਿਆਣ ਕਰ ਲੈ। ਮੱਲੂ ਸ਼ਾਹੀ ਸੁਨ ਉਪਦੇਸ਼। ਜਿਹੜਾ ਮੱਲੋ ਸ਼ਾਹੀ ਸੀ ਗੁਰੂ ਅੰਗਦ ਸਾਹਿਬ ਜੀ ਦੇ ਪਾਸੋਂ ਸਭ ਉਪਦੇਸ਼ ਸੁਣ ਕੇ ਬਰਤਨ ਲਾਗਿਓ ਤਥਾ ਹਮੇਸ਼। ਇਸੇ ਤਰ੍ਹਾਂ ਕਹਿੰਦੇ ਬਰਤਨ ਲੱਗਿਆ ਯਾਨੀ ਸੂਰਬੀਰ ਬਣ ਕੇ ਨਿਰਭੈ ਹੋ ਕੇ ਵਿਚਰਨ ਲੱਗ ਪਿਆ। ਮੌਤ ਦੇ ਡਰ ਤੋਂ ਰਹਿਤ ਹੋ ਗਿਆ। ਵੰਡ ਖਾਏ ਨਿਜ ਧਰਮ ਵਿਚਾਰੈ। ਆਵੇ ਮੇਰਾ ਇਹ ਧਰਮ ਹੈ ਵੀ ਇਸ ਕਰਕੇ ਆਪਣਾ ਜੋ ਵੀ ਇਹਨੂੰ ਕੋਈ ਮਿਲਦਾ ਉਹ ਵੰਡ ਕੇ ਛਕਦਾ ਛਕਾਉਂਦਾ। ਆਤਮ ਤਨ ਸੱਤਾ ਸਤ ਧਾਰੈ। ਇਹ ਸਰੀਰ ਦੇ ਵਿੱਚ ਜਿਹੜਾ ਆਤਮਾ ਸੱਤ ਹੈ ਇਉਂ ਧਾਰਦਾ ਨੀਚਾ ਕਰਦਾ। ਸਰੀਰ ਇਹ ਅਸਤੀ ਹੈ ਇਹ ਨਾਸ ਹੋਣ ਵਾਲਾ ਹੀ ਇਉਂ ਧਾਰਦਾ ਹੈ ਨੀਚਾ ਕਰਦਾ ਹੈ। ਇੱਕ ਸਿੱਖ ਆਇਓ ਨਾਮ ਕਿਦਾਰੀ। ਇਸ ਤਰ੍ਹਾਂ ਮੱਲੋ ਸ਼ਾਹੀ ਦਾ ਉਧਾਰ ਹੋ ਗਿਆ ਹੈ। ਇੱਕ ਗੁਰੂ ਕਾ ਸਿੱਖ ਜਿਸ ਦਾ ਨਾਮ ਭਾਈ ਕੇਦਾਰੀ ਹੈ ਸੀ। ਸਤਿਗੁਰ ਆਗੈ ਬਿਨੈ ਉਚਾਰੀ। ਇਸ ਭਾਈ ਕੇਦਾਰੀ ਜੀ ਨੇ ਵੀ ਗੁਰੂ ਅੰਗਦ ਸਾਹਿਬ ਜੀ ਅੱਗੇ ਆ ਕੇ ਬੇਨਤੀ ਦੇ ਬਚਨ ਕਹੇ। ਕਾਮ ਕ੍ਰੋਧ ਮਹਿ ਜਲ ਤੋ ਸਗਲ ਜਗਤ। ਸਾਰਾ ਜਿੰਨਾ ਸੰਸਾਰ ਹੈ ਇਹਦੇ ਵਿੱਚ ਕਾਮ ਤੇ ਕ੍ਰੋਧ ਬੜੇ ਅੱਗ ਵਰਗੇ ਹੈ। ਹੰਸਿਤ ਲੋਭ ਕੋ ਵਿਚਾਰੇ ਨਦੀਆਂ ਅੱਗ ਜਿਵੇਂ ਕਿਹਾ ਹੈ। ਸਾਰਾ ਸੰਸਾਰ ਕਾਮ ਕ੍ਰੋਧ ਵਿੱਚ ਮਾਰਾ ਸੜ ਵਚ ਰਿਹਾ ਹੈ। ਮੋਹ ਉਭਾਰਹੁ ਕਰ ਨਿਜ ਭਗਤ। ਮੈਨੂੰ ਮਾਰਾ ਆਪਣਾ ਭਗਤ ਬਣਾ ਕੇ ਆਪਣਾ ਸੇਵਕ ਬਣਾ ਕੇ ਭਗਤੀ ਕਰਾ ਕੇ ਸੜਦੇ ਵੜਦੇ ਸੰਸਾਰ ਤੋਂ ਮਾਰਾ ਸਾਨੂੰ ਬਚਾ ਲੋ। ਤਰਾਸ ਪਾਏ ਮੈਂ ਸਰਨ ਤਿਹਾਰੀ। ਮੈਂ ਨਾ ਕਿਤੇ ਕਾਮ ਕ੍ਰੋਧ ਵਿੱਚ ਸ਼ਰਮ ਜਾਵਾਂ ਡਰ ਪਾ ਕੇ ਤੁਹਾਡੀ ਸ਼ਰਨ ਵਿੱਚ ਆਇਆ। ਆਨ ਪਰਿਓ ਦੇਹੋ ਆਸਰ ਭਾਰੀ। ਇਹ ਮਾਰਾ ਆ ਕੇ ਤੁਹਾਡੀ ਸ਼ਰਨ ਪੈ ਗਿਆ। ਤੁਸੀਂ ਅਪਾਰਾ ਆਸਰਾ ਦਿਓ ਜਿਸ ਕਰਕੇ ਅੱਗ ਵਿੱਚ ਮੈਂ ਨਾ ਸੜਾ ਮੱਚਾ। ਸੁਨ ਕੈ ਸ੍ਰੀ ਅੰਗਦ ਤਿਸ ਕਹਿਓ। ਹਾਂ ਉਸ ਵੇਲੇ ਗੁਰੂ ਅੰਗਦ ਸਾਹਿਬ ਜੀ ਨੇ ਇਸ ਦੇ ਪਾਸੋਂ ਸੁਣ ਕੇ ਜਿਹੜਾ ਸਿੱਖ ਕਰਾਰੀ ਇਸ ਨੂੰ ਆਖਿਆ ਹੈ। ਸਕਲ ਵਿਕਾਰਨ ਤੇ ਜਗ ਦਹਿਓ। ਇਹ ਤਾਂ ਠੀਕ ਕਹਿ ਰਿਹਾ ਸੱਚ ਕਹਿ ਰਿਹਾ। ਸਾਰਾ ਸੰਸਾਰ ਵਿਕਾਰਾਂ ਨੇ ਸਾੜਿਆ ਪਿਆ ਮਚਾਇਆ ਪਿਆ ਹੈ। ਜਿਮ ਦੋ ਲਗਿਓ ਮਹਾ ਸਭ ਬਨ ਕੋ। ਜਿਵੇਂ ਕਹਿੰਦੇ ਜਿਹੜਾ ਮਹਾਨ ਜੰਗਲ ਹੁੰਦਾ ਉਹਨੂੰ ਸਭ ਪਾਸੇ ਦੋ ਅਗਲੀ ਲੱਗ ਜਾਂਦੀ ਹੈ। ਆਂਦ ਜਾਤ ਮ੍ਰਿਗ ਕਰ ਬਲ ਤਨ ਕੋ। ਇਹ ਕਹਿੰਦੇ ਜੰਗਲ ਨੂੰ ਅੱਗ ਲੱਗਿਆ
ਦੇਖ ਕੇ ਜਿਹੜੇ ਕੋਈ ਹਰਨ ਹੁਰਨ ਹੁੰਦੇ ਆਪਣੇ ਸਰੀਰ ਦਾ ਬਲ ਕਰਕੇ ਛਾੜਾ ਮਾਰ ਕੇ ਲੰਘ ਜਾਂਦੇ, ਬਚ ਜਾਂਦੇ, ਅੱਗ ਵਿੱਚ ਦੀ ਨਿਕਲ ਜਾਂਦੇ। ਮਹਾ ਤਪਤ ਤੇ ਸਲਤਾ ਮਾਹੀ, ਕਹਿੰਦੇ ਜਿਹੜੀ ਮਹਾਨ ਜੰਗਲ ਦੀ ਅੱਗ ਦੀ ਤਪਸ਼ ਹੈ ਉਹ ਤੋਂ ਬਚਾਉਣ ਵਾਸਤੇ ਆਪਣੇ ਆਪ ਨੂੰ ਜਿਹੜੀ ਮਹਾਨ ਨਦੀ ਹੁੰਦੀ ਹੈ, ਜਾਏ ਪ੍ਰਵੇਸ਼ ਹੈ ਸੁਖ ਬਹੁ ਪਾਹੀ, ਉਹਦੇ ਵਿੱਚ ਜਾ ਕੇ ਹਰਨ ਪ੍ਰਵੇਸ਼ ਹੋ ਜਾਂਦੇ ਹੈ। ਫਿਰ ਅੱਗ ਦਾ ਸੇਕ ਨਹੀਂ ਹੈ, ਸਾੜ ਨਹੀਂ ਸਕਦੀ, ਬੜਾ ਸੁਖ ਪਾਉਂਦੇ। ਤਿਮ ਜਗ ਜਲਤ ਦੇਖ ਕਰ ਤਿਆਗੇ, ਇਸੇ ਤਰ੍ਹਾਂ ਕਹਿੰਦੇ ਸੰਸਾਰ ਨੂੰ ਕਾਮ ਕ੍ਰੋਧੀ ਅੱਗਾਂ ਵੀ ਸੜਦਾ ਦੇਖ ਕੇ ਜਿਹੜਾ ਸਿਆਣਾ ਪੁਰਸ਼ ਹੈ ਛੱਡ ਦੇ। ਮਿਲ ਸਤ ਸੰਗਤ ਸੇਵਾ ਲਾਗੇ, ਆ ਜਿਹੜੀ ਸਤਸੰਗਤ ਹੈ ਇਹ ਸੋਹਣੀ ਨਦੀ ਹੈ, ਇਹਦੇ ਵਿੱਚ ਮਿਲ ਕੇ ਸੇਵਾ ਭਗਤੀ ਵਿੱਚ ਲੱਗ ਜਾ। ਸਕਲ ਵਿਕਾਰਨ ਤਪਤ ਬਿਨਾਸੇ, ਆਏ ਸਾਧ ਸੰਗਤ ਰੂਪੀ ਨਦੀ ਤੇ ਆਇਆ ਸਾਰੇ ਵਿਕਾਰਾਂ ਦੀ ਜਿਹੜੀ ਤਪਸ਼ ਹੈ ਵਿਨਾਸ਼ ਹੋ ਜਾਂਦੀ ਹੈ। ਸੀਤਲਤਾ ਗੁਰ ਸ਼ਬਦ ਪ੍ਰਕਾਸ਼ੇ, ਜਿਵੇਂ ਤਪਸ਼ ਨਾਸ਼ ਹੋ ਜਾਏ ਫਿਰ ਨਦੀ ਵਿੱਚ ਪ੍ਰਵੇਸ਼ ਹੋਇਆ ਠੰਡ ਹੋ ਜਾਂਦੀ ਹੈ। ਇਸ ਤਰ੍ਹਾਂ ਕਹਿੰਦੇ ਗੁਰੂ ਕਾ ਜਿਹੜਾ ਸ਼ਬਦ ਹੈ ਇਹ ਕਹਿੰਦੇ ਅੰਦਰ ਠੰਡ ਪ੍ਰਕਾਸ਼ੇ ਕੀ ਪ੍ਰਗਟ ਕਰ ਦਿੰਦਾ, ਅੰਦਰ ਠੰਡ ਬਖਸ਼ ਦਿੰਦਾ ਹੈ। ਗੁਰਬਾਣੀ ਕੋ ਕਰਤ ਵਿਚਾਰਨ, ਜਿਹੜਾ ਸਾਧ ਸੰਗਤ ਵਿੱਚ ਜਾ ਕੇ ਗੁਰਬਾਣੀ ਦਾ ਵਿਚਾਰ ਕਰਨਾ ਕਰਾਉਣਾ ਹੈ। ਗਿਆਨ ਸੀਤਲ ਹੈ ਮੋਹ ਨਿਵਾਰਨ, ਗਿਆਨ ਵਿਚਾਰ ਦੁਆਰਾ ਕਹਿੰਦੇ ਗਿਆਨ ਦੀ ਠੰਡ ਲੈ ਕੇ ਜਿਹੜਾ ਮੋਹ ਹੈ ਉਹਦੀ ਤਪਸ਼ ਨੂੰ ਨਿਵਰਤ ਕਰੇ। ਇਹ ਪੁਰਸ਼ ਸੁਨ ਕਰ ਗੁਰ ਉਪਦੇਸ਼ ਕਿਦਾਰੀ, ਕਿਉਂ ਗੁਰੂ ਅੰਗਦ ਸਾਹਿਬ ਜੀ ਦੇ ਮੁਖਾਰਮਨ ਤੋਂ ਦਿੱਤਾ ਹੋਇਆ ਸਭ ਉਪਦੇਸ਼ ਇੱਕ ਵਾਰੀ ਕਿਦਾਰੀ ਜੀ ਨੇ ਸੁਣ ਲਿਆ ਹੈ। ਦ੍ਰਿੜ ਕੀਨਸ ਔਰ ਬਹੁ ਨਿਰਧਾਰੀ, ਇਸ ਤਰ੍ਹਾਂ ਨਿਰਣਾ ਕਰ ਲਿਆ ਜਿਸ ਕਰਕੇ ਹਿਰਦੇ ਵਿੱਚ ਬਹੁਤਾ ਪੱਕਾ ਕਰ ਲਿਆ, ਹਿਰਦੇ ਵਿੱਚ ਵਸਾਈ ਲਿਆ ਉਪਦੇਸ਼। ਦੀਪਾ ਅਪਰ ਨਾਰਾਇਣ ਦਾਸ, ਕਲਿਆਣ ਹੋ ਗਈ ਹੈ ਭਾਈ ਦੀਪਾ ਜੀ ਹੋਰ ਇੱਕ ਦੂਸਰੇ ਨਾਰਾਇਣ ਦਾਸ ਜੀ। ਬੁੱਲੇ ਸਹਿਤ ਆਏ ਗੁਰ ਪਾਸ, ਤੀਸਰਾ ਭਾਈ ਬੁੱਲਾ ਜੀ ਸਨ। ਇਹਨਾਂ ਇਹਦੇ ਸਮੂਲੇ ਸਹਿਤ ਆ ਕੇ ਤਿੰਨਾਂ ਨੇ ਮਹਾਰਾਜ ਦੇ ਕੋਲ ਬੰਧਨ ਕਰ ਭਾਖੀ ਅਰਦਾਸ, ਨਮਸਕਾਰ ਕਰਕੇ ਤਿੰਨਾਂ ਨੇ ਸਤਿਗੁਰੂ ਅੱਗੇ ਬੇਨਤੀ ਕਹੀ ਹੈ। ਜਨਮ ਮਰਨ ਦੁਖ ਦੇਹ ਵਿਨਾਸ਼, ਗੁਰੂ ਅੰਗਦ ਸਾਹਿਬ ਮਹਾਰਾਜ ਜਨਮਣ ਦਾ ਮਹਾਨ ਦੁੱਖ ਹੈ, ਆਪ ਖਤਮ ਕਰ ਦਿਓ, ਸਾਡਾ ਦੁੱਖ ਨਾਸ਼ ਕਰ ਦਿਓ। ਸ੍ਰੀ ਅੰਗਦ ਉਪਦੇਸ਼ ਬਤਾਇਓ, ਤਿੰਨਾਂ ਦੀ ਅਰਦਾਸ ਸੁਣ ਕੇ ਸਤਿਗੁਰੂ ਜੀ ਨੇ ਉਪਦੇਸ਼ ਕਿਹਾ, ਕਰੋ ਭਗਤ ਜੇ ਇਮ ਉਰ ਪਾਇਓ। ਜੇ ਤੁਹਾਨੂੰ ਹਿਰਦੇ ਵਿੱਚ ਭਾਉਂਦਾ ਵੀ ਜਨਮਣ ਦਾ ਦੁੱਖ ਨਾਸ਼ ਹੋ ਜਾਏ ਫਿਰ ਤਕੜੇ ਹੋ ਕੇ ਭਗਤੀ ਕਰੋ। ਕਹਿਣ ਲੱਗੇ ਹਮ ਭਗਤ ਨਾ ਜਾਣ ਹੈ, ਕਹਿਣ ਲੱਗੇ ਮਹਾਰਾਜ ਭਗਤੀ ਕਿਵੇਂ ਕਰੀ ਦੀ, ਅਸੀਂ ਤਾਂ ਭਗਤੀ ਨਹੀਂ ਜਾਣਦੇ ਹਾਂ। ਕਿਮ ਸਰੂਪ ਕੈਸੇ ਕਰ ਠਾਨ ਹੈ, ਭਗਤੀ ਦਾ ਕਿਸ ਤਰ੍ਹਾਂ ਦਾ ਸਰੂਪ ਹੈ, ਕਿਸ ਤਰ੍ਹਾਂ ਕਰਕੇ ਉਹ ਭਗਤੀ ਅਸੀਂ ਕਰੀਏ ਮਹਾਰਾਜ। ਸ੍ਰੀ ਗੁਰ ਬਰਨਨ ਕੀਨ ਸਿਖਾਈ, ਉਹ ਸਵੇਰੇ ਤਿੰਨਾਂ ਤੋਂ ਸੁਣ ਕੇ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਸਿੱਖਿਆ ਕਥਨ ਕੀਤੀ, ਸਿੱਖਿਆ ਦਾ ਇੱਕ ਬਚਨ ਕਹੇ। ਬ੍ਰਹਮ ਸਬਲ ਮਾਇਆ ਜਗ ਜਾਈ, ਮਹਾਰਾਜ ਕਹਿੰਦੇ ਵੀ ਬੋਲੇ ਨਰੈਣਦਾਸ ਇਹ ਜਿਹੜੀ ਮਾਇਆ ਸਬਲ ਬ੍ਰਹਮ ਹੈ ਨਾ ਉਹਨੇ ਸੰਸਾਰ ਨੂੰ ਉਤਪਤ ਕੀਤਾ ਹੈ। ਜਿਹੜਾ ਮਾਇਆ ਸਹਿਤ ਬਲ ਸਮੇਤ ਹੋਇਆ ਬ੍ਰਹਮ ਉਸਨੇ ਸੰਸਾਰ ਨੂੰ ਪੈਦਾ ਕੀਤਾ ਹੈ। ਹੁਕਮ ਪਰਮੇਸ਼ਰ ਕੋ ਤਿਨ ਪਾਇਓ, ਕਹਿੰਦੇ ਮਾਇਆ ਹੈ ਨਾ ਉਹਨੇ ਪਰਮੇਸ਼ਰ ਦਾ ਬ੍ਰਹਮ ਦਾ ਹੁਕਮ ਪਾਇਆ, ਆਪਣੇ ਮਹਿ ਸਭ ਜਗ ਪਰਮਾਇਓ। ਇਸ ਕਰਕੇ ਮਾਇਆ ਨੇ ਆਪਣੇ ਵਿੱਚ ਹੀ ਲਾ ਕੇ ਸਾਰੇ ਨੂੰ ਸੰਸਾਰ ਨੂੰ ਭੁਲਾ ਦਿੱਤਾ ਪਰਮੇਸ਼ਰ ਨੂੰ। ਬਹੁਰ ਪ੍ਰਭੂ ਨੇ ਚਤਰ ਉਪਾਏ, ਫਿਰ ਵਾਹਿਗੁਰੂ ਨੇ ਦੇਖਿਆ ਵੀ ਮਾਇਆ ਨੇ ਸਾਰੇ ਭੁਲਾ ਦਿੱਤੇ ਮੇਰੇ ਵੱਲੋਂ। ਫਿਰ ਆਪਣੇ ਵੱਲੋਂ ਕਹਿੰਦੇ ਲਾਉਣ ਵਾਸਤੇ ਪਰਮੇਸ਼ਰ ਨੇ 4 ਸਾਧਨ ਪੈਦਾ ਕੀਤੇ, ਜਿਨ ਤੇ ਮਿਲ ਹੈ ਮੋਹ ਕਹ ਆਏ। ਜਿਨ੍ਹਾਂ 4 ਸਾਧਨਾਂ ਰਾਹੀਂ ਮੈਨੂੰ ਆ ਕੇ ਮਿਲ ਜਾਏ, ਮਾਇਆ ਵਿੱਚ ਨਾ ਭੁੱਲਿਆ ਰਹੇ। ਇੱਕ ਬੈਰਾਗ ਜੋਗ ਅਰ ਗਿਆਨ, ਪਰਮੇਸ਼ਰ ਨੇ ਕਹਿੰਦੇ ਜਿਹੜਾ ਬੈਰਾਗ ਸਾਧਨ ਪੈਦਾ ਕੀਤਾ, ਧਰਤੀ ਬਰ ਤਮ ਬੈਰਾਗ
हाँ दूसरा जरा कहते जरा योग है वो साधन कर दिता प्राणायाम। चौथी उपजी भगत महान। हाँ तीसरा जरा ज्ञान अपने स्वरूप का जरा जानना है, ये अपने आपे का ज्ञान है, ये साधन। चौथी कहते भगती पैदा हो गई। ज्ञान विराग जोग शुभ तीन। जरा ज्ञान है विराग है इसे तरह ज्ञान विराग ते जोग जेड़ा ये जेड़े ਤਿੰਨ ਹਨ। ਪੁਰਖ ਰੂਪ ਇਨਕੋ ਮਨ ਚੀਨਾ। ਤੁਸੀਂ ਇਹਨਾਂ ਨੂੰ ਮੰਦੇ ਵਿੱਚ ਜਾਣ ਲਓ, ਇਹਨਾਂ ਦਾ ਪੁਰਖ ਰੂਪ ਹੈ ਕਿਉਂਕਿ ਪਲੰਗ ਰੂਪ ਵਿੱਚ ਬਿਆਨ ਕੀਤੇ ਜਾਂਦੇ। ਮਾਇਆ ਲੈ ਇਨਕੋ ਪਰਮਾਏ। ਜਿਹੜਾ ਵਿਰਾਗ ਹੈ ਗਿਆਨ ਹੈ, ਇਸ ਤਰ੍ਹਾਂ ਯੋਗ ਹੈ ਭਾਵ ਜਿਹੜਾ ਪ੍ਰਾਣਾਯਾਮ ਕਰਨ ਵਾਲਾ ਹੈ, ਇਸ ਤਰ੍ਹਾਂ ਜਿਹੜਾ ਗਿਆਨਵਾਨ ਥੋੜਾ ਬਹੁਤਾ ਹੈਗਾ ਵਿਰਾਗੀ ਹੈਗਾ, ਉਹਨੂੰ ਕਹਿੰਦੇ ਜਿਹੜੀ ਮਾਇਆ ਹੈ ਨਾ ਉਹ ਪਰਮਾ ਲੈਂਦੀ ਹੈ, ਪਟਕਾ ਲੈਂਦੀ ਹੈ। ਵੱਡੇ ਯਤਨ ਤੇ ਉਭਰਿਓ ਜਾਏ। ਕਿੱਡਾ ਵੱਡਾ ਗਿਆਨੀ ਹੋਵੇ, ਕਿਹੋ ਜਿਹਾ ਵਿਰਾਗੀ ਹੋਵੇ, ਕਿਹੋ ਜਿਹਾ ਯੋਗ ਕਰਨ ਵਾਲਾ ਪ੍ਰਾਣਾਯਾਮ ਕਹਿੰਦੇ ਬੜੇ ਯਤਨ ਨਾਲ ਹੀ ਇੱਥੋਂ ਬਚਿਆ ਜਾਂਦਾ ਨਹੀਂ। ਪ੍ਰਾਣਾਯਾਮ ਕਰਨ ਵਾਲੇ ਯੋਗੀ ਨੂੰ ਵੀ, ਗਿਆਨਵਾਨ ਪੜ੍ਹੇ ਲਿਖੇ ਨੂੰ ਵੀ ਘਰ ਬਾਰ ਛੱਡ ਕੇ ਵਿਰਾਗੀ ਬਣੇ ਨੂੰ ਮਾਇਆ ਪਰਮਾ ਲੈਂਦੀ ਹੈ। ਭਗਤ ਹੈ ਪ੍ਰਤਿਵਰਤਾ ਨਾਰੀ। ਜਿਹੜਾ ਵਾਹਿਗੁਰੂ ਦੀ ਭਗਤੀ ਇਹ ਤਾਂ ਇਉਂ ਜਿਵੇਂ ਪਤਿਵਰਤਾ ਇਸਤਰੀ ਹੁੰਦੀ ਹੈ। ਇਸ ਪਰ ਨਹਿ ਮਾਇਆ ਬਲ ਭਾਰੀ। ਇਸ ਕਹਿੰਦੇ ਭਗਤੀ ਨੂੰ ਪਤਿਵਰਤਾ ਇਸਤਰੀ ਮਾਇਆ ਦਾ ਭਾਰੀ ਬਲ ਨਹੀਂ ਪੈਂਦਾ ਹੈ। ਇਸਤਰੀ ਕੋ ਇਸਤਰੀ ਨਾ ਪਰਮਾਵੈ। ਜਿਹੜੀ ਭਗਤੀ ਵੀ ਇਸਤਰੀ ਵਾਂਗ ਹੈ, ਜਿਹੜੀ ਮਾਇਆ ਵੀ ਇਸਤਰੀ ਵਾਂਗ। ਇਸਤਰੀ ਨੂੰ ਇਸਤਰੀ ਕਹਿੰਦੇ ਭੁਲਾ ਨਹੀਂ ਸਕਦੀ, ਭਰਮਾ ਨਹੀਂ ਸਕਦੀ। ਧਰੈ ਭਗਤ ਤਿਸ ਪ੍ਰਭੂ ਮਿਲਾਵੈ। ਇਸ ਕਰਕੇ ਜਿਹੜਾ ਮਨੁੱਖ ਹੋਵੇ ਭਗਤੀ ਧਾਰਨ ਕਰ ਲੈਂਦਾ, ਭਗਤੀ ਕਰ ਲੈਂਦਾ, ਉਸ ਨੂੰ ਭਗਤੀ ਜਿਹੜੀ ਪਰਮੇਸ਼ਰ ਨਾਲ ਮਿਲਾ ਦਿੰਦੀ ਹੈ। ਮਾਇਆ ਨਟਨੀ ਚਤਰ ਛਲ ਤੇ। ਬਾਕੀ ਕਹਿੰਦੇ ਜਿਹੜੀ ਮਾਇਆ ਹੈ ਇਹ ਛਲ ਪ੍ਰੇਮ ਕਰਨ ਵਾਸਤੇ ਨਟਨੀ ਵੰਗ ਤਮਾਸ਼ਗੀਰਨੀ ਬੜੀ ਚੁਸਤ ਚਲਾਕ ਹੈ। ਸਭਨ ਪਰਮਾਏ ਲੇਤ ਨਿਜ ਬਲ ਤੇ। ਜਿਵੇਂ ਉਹ ਤਮਾਸ਼ਗੀਰਨੀ ਆਪਣਾ ਛਲ ਪ੍ਰੇਮ ਚੁਸਤੀ ਚਲਾਕੀ ਨਾਲ ਸਭ ਨੂੰ ਭੁਲਾ ਦਿੰਦੀ ਹੈ। ਇਸ ਤਰ੍ਹਾਂ ਕਹਿੰਦੇ ਇਹ ਵੀ ਆਪਣੇ ਬਲ ਨਾਲ ਜਿਹੜੀ ਮਾਇਆ ਰੂਪੀ ਤਮਾਸ਼ਗੀਰਨੀ ਹੈ ਸਾਰਿਆਂ ਨੂੰ ਭਰਮਾ ਪਟਕਾ ਲੈਂਦੀ ਹੈ। ਸੁਣ ਸਿੱਖਨ ਬੂਝੇ ਗੁਰ ਫੇਰ। ਸਿੱਖਾਂ ਨੇ ਸੁਣ ਕੇ ਫਿਰ ਗੁਰੂ ਅੰਗਦ ਸਾਹਿਬ ਜੀ ਤੋਂ ਦੁਬਾਰਾ ਖੋਲ ਕੇ ਪੁੱਛਿਆ, ਇਨ ਚਤਰਨ ਕੋ ਰੂਪ ਵਡੇਰ। ਜਿਹੜੇ ਚਾਰ ਸਾਧਨ ਕਹੇ ਇਹਨਾਂ ਦਾ ਵੱਡਾ ਰੂਪ ਕਰਕੇ, ਇਹਨਾਂ ਦਾ ਖੁਲਾਸਾ ਕਰਕੇ ਕਹੋ। ਕਰ ਵਰਣਨ ਸਭ ਦੇਹੋ ਸਮਝਾਏ। ਇਹਨਾਂ ਦਾ ਥੋੜਾ ਜਿਹਾ ਵਿਸਤਾਰ ਕਰਕੇ ਕਥਨ ਕਰਕੇ ਸਾਨੂੰ ਸਮਝਾ ਬੁਝਾ ਦੇਵੋ। ਜਿਸ ਤੇ ਹਮ ਪ੍ਰਾਪਤ ਹੋ ਜਾਏ। ਇਸ ਕਰਕੇ ਚਾਰੇ ਜਿਹੜੇ ਸਾਧਨ ਸਾਨੂੰ ਪ੍ਰਾਪਤ ਹੋ ਜਾਣ। ਜਨਮ ਮਰਨ ਕੋ ਬਾਹਰ ਨਾ ਪਾਏ। ਇਸ ਕਰਕੇ ਜੰਮਣ ਮਰਨ ਦਾ ਜਿਹੜਾ ਮੁੜ ਕੇ ਦੁੱਖ ਅਸੀਂ ਪਾਈਏ ਹੀ ਨਾ। ਆਨੰਦ ਰੂਪ ਮਹਿ ਰਹਿ ਸਮਾਏ। ਜਿਹੜਾ ਵਾਹਿਗੁਰੂ ਸਚਿਤ ਆਨੰਦ ਸਰੂਪ ਹੈ ਉਹਦੇ ਵਿੱਚ ਹੀ ਸਮਾ ਰਹੀਏ, ਲੀਨ ਹੋ ਰਹੀਏ। ਤਬ ਸ੍ਰੀ ਅੰਗਦ ਬਾਹਰ ਉਚਾਰਾ। ਫਿਰ ਗੁਰੂ ਅੰਗਦ ਸਾਹਿਬ ਜੀ ਨੇ ਬੇਨਤੀ ਸੁਣ ਕੇ ਵਿਸਥਾਰ ਰੂਪ ਵਿੱਚ ਇਹਨਾਂ ਨੂੰ ਕਿਹਾ ਹੈ। ਇੱਕ ਵਿਰਾਗ ਹੈ ਉਭੈ ਪ੍ਰਕਾਰਾ। ਗੁਰ ਸਿੱਖੋ ਸੁਣੋ, ਇੱਕ ਜਿਹੜਾ ਵਿਰਾਗ ਸਾਧਨ ਹੈ ਉਹ ਅੱਗੇ ਦੋ ਤਰ੍ਹਾਂ ਦਾ ਹੈ ਵਿਰਾਗ। ਇੱਕ ਮਨ ਕੋ, ਇੱਕ ਤਨ ਕੋ ਹੋਤ। ਇੱਕ ਤਾਂ ਮਨ ਦਾ ਵਿਰਾਗ ਹੁੰਦਾ ਹੈ, ਇੱਕ ਕਹਿੰਦੇ ਸਰੀਰ ਕਰਕੇ ਵੀ ਹੁੰਦਾ ਜਿਹਨੂੰ ਗਦਾ ਵਿਰਾਗ ਕਹਿੰਦੇ ਨੇ। ਵੱਡ ਭਾਗਨ ਤੇ ਹਿਰਦੈ ਉਦੋਤ। ਜਿਹੜਾ ਕਹਿੰਦੇ ਧਰਤੀ ਪਰ ਵਿਰਾਗ ਮੰਨਦਾ ਹੈ ਨਾ, ਇਹ ਤਾਂ ਵੱਡੇ ਭਾਗਾਂ ਵਾਲਿਆਂ ਦੇ ਹਿਰਦੇ ਵਿੱਚ ਪੈਦਾ ਹੁੰਦਾ ਹੈ। ਸਕਲ ਪਦਾਰਥ ਤਿਆਗਨ ਕਰੈ। ਕਹਿੰਦੇ ਸਰੀਰ ਦਾ ਵਿਰਾਗ ਦੱਸਦੇ ਇਹਦੇ ਸਾਰੇ ਪਦਾਰਥਾਂ ਨੂੰ ਕਹਿੰਦੇ ਛੱਡ ਦੇਣਾ। ਕੋਈ ਐਸਾ ਘਰ ਦੇ ਵਿੱਚ ਕੁਝ ਨਰ ਮਰੀ ਕਰ ਸੰਪਤ ਨਾਸੀ, ਮੂੰਡ ਮੁੰਡਾਏ ਭਏ ਸੰਨਿਆਸੀ ਵਾਲੀ ਗੱਲ ਹੋ ਜਾਣੀ ਕਿ ਘਰ ਵਾਲੀ ਮਰ ਗਈ ਤੇ ਵਿਰਾਗ ਹੋ ਗਿਆ, ਸਿਰ ਜੋ ਮੂੰਹ ਜਾ ਮਨਾ ਲਿਆ। ਇਸ ਤਰ੍ਹਾਂ ਅਸੀਂ ਜੀ ਹੁਣ ਤਿਆਗੀ ਹਾਂ, ਅਸੀਂ ਕੁਝ ਨਹੀਂ ਗ੍ਰਹਿਣ ਕਰਨਾ ਕਿਉਂਕਿ ਸਭ ਕੁਝ ਨਾਸਵੰਤ ਹੈ। ਇਸ ਤਰ੍ਹਾਂ ਕਹਿੰਦੇ
ਸਾਰੇ ਉਹ ਕਰਦੇ ਕੋਈ ਵਿਵਤਾ ਆ ਗਈ ਜਾਂ ਘਰਵਾਲੀ ਮਰ ਗਈ, ਉਹਦੇ ਵਿਰਾਗ ਕਰਕੇ ਸਾਰੇ ਪਦਾਰਥਾਂ ਨੂੰ ਛੱਡ ਜਾਣਾ। ਧਨ ਬਨਤਾ ਸੁਤ ਸਭ ਪਰ ਹਰੈ, ਜਿਹੜਾ ਕਰੇ ਧਨ ਪਿਆ ਉਹਦਾ ਵੀ ਛੱਡ, ਖਹਿੜਾ ਛੱਡ ਜਾਣਾ। ਜਿਹੜੀ ਘਰਵਾਲੀ ਉਹਨੂੰ ਵੀ, ਪੁੱਤਰ ਨੂੰ ਵੀ, ਸਾਰਿਆਂ ਤੋਂ ਪਰੇ ਹੋ ਜਾਣਾ। ਹਠ ਕਰ ਬਾਹਰ ਕੋ ਤਜ ਦੇਤ, ਪਹਿਲੇ ਆਪਣੇ ਮਨ ਦਾ ਹੱਠ ਜਾ ਕਰਕੇ ਬਾਹਰ ਜਾ ਕੇ ਛੱਡ ਦੇਣਾ ਕਿਤੇ ਜੰਗਲ ਵਿੱਚ। ਰਹਿ ਵਾਸ਼ਨਾ ਹਿਰਦੈ ਨਿਕੇਤ, ਹੁਣ ਕਹਿੰਦੇ ਹਿਰਦੇ ਵਿੱਚ ਜਿਹੜੀ ਵਾਸ਼ਨਾ ਉਹ ਕਰਦੀ ਬਣੀ ਰਹਿਣੀ ਵੀ। ਘਰੇ ਚੰਗੇ ਸੀ, ਚਲੋ ਸੌਖੇ ਸੀ, ਰੋਟੀ ਪਾਣੀ ਤਾਂ ਵਧੀਆ ਮਿਲਦਾ ਸੀ ਨਾ, ਪੁੱਤਰ ਧੀਆਂ ਸੀ, ਕੋਈ ਰੋਗ ਸੋਗ ਹੁੰਦਾ ਸੀ, ਦੇਖ ਰੇਖ ਹੋ ਜਾਂਦੀ ਸੀ। ਹੁਣ ਵੀ ਜੰਗਲ ਵਿੱਚ ਆ ਗਏ ਆ, ਬਹੁਤ ਔਖਿਆਈ ਹੈ, ਆਪਣਾ ਸਾਰਾ ਬੰਦੋਬਸਤ ਕਰਨਾ ਪੈਂਦਾ ਹੈ, ਸ਼ੇਰ ਬਘੇਲਿਆਂ ਦਾ ਡਰ ਪੈਂਦਾ ਹੈ। ਉੱਥੇ ਸੁੱਖ ਸੀ, ਆ ਤਾਂ ਗਏ ਵੀ ਪਰ ਉਹ ਫਾਸੀ ਗਏ। ਇਸ ਤਰ੍ਹਾਂ ਕਹਿੰਦੇ ਉਹ ਜਿਹੜੀਆਂ ਘਰ ਦੀਆਂ ਵਾਸ਼ਨਾ ਉਹ ਹਿਰਦੇ ਵਿੱਚ ਬਣੀਆਂ ਰਹਿੰਦਾ ਵੀ ਘਰੇ ਰਹਿੰਦੇ ਤਾਂ ਠੀਕ ਹੀ ਸੀ। ਦੂਸਰ ਬ੍ਰਹਮ ਲੋ ਲੋਕ ਲੋ ਸਾਰੇ, ਉਹ ਕਹਿੰਦੇ ਘਰ ਛੱਡ ਦੇਣਾ, ਉਹਦੇ ਘਰ ਵਿੱਚ ਵਾਸ਼ਨਾ ਬਣੀ ਰਹਿੰਦੀ ਹੈ, ਉੱਥੇ ਠੀਕ ਸੀ। ਦੂਸਰਾ ਕਹਿੰਦੇ ਜਿਹੜਾ ਮਨ ਦਾ ਧਰਤੀ ਬੈਰਾਗ, ਉਹ ਕਹਿੰਦੇ ਬ੍ਰਹਮਾ ਦੇ ਲੋਕ ਤੋਂ ਲੈ ਕੇ ਆਹ ਦੁਨੀਆ ਦੇ ਜਿੰਨੇ ਸਾਰੇ ਪਦਾਰਥ ਹੈ, ਬਾਇਸ ਬਿਸ਼ਟਾ ਸਮ ਨਿਰਧਾਰੇ। ਜਿਵੇਂ ਕਾਂ ਦੀ ਬਿਸ਼ਟਾ ਹੁੰਦੀ ਹੈ ਜਾਂ ਮੂੰਹ ਦੀ ਉਛਾੜੀ ਜੀ ਹੁੰਦੀ, ਉਹਦੇ ਸਮਾਨ ਕਰੇ ਨਿਰਣਾ ਕਰਨਾ। ਹਿਰਦੇ ਵਾਸ਼ਨਾ ਕਿਉ ਹੂੰ ਨਾ ਧਰੈ, ਬ੍ਰਹਮ ਤੋਂ ਲੋਕ ਤੋਂ ਲੈ ਕੇ ਦੁਨੀਆ ਭਰ ਦੇ ਪਦਾਰਥ ਕਿਸੇ ਤਰ੍ਹਾਂ ਦੀ ਹਿਰਦੇ ਵਿੱਚ ਉਹਨਾਂ ਦੀ ਵਾਸ਼ਨਾ ਨਾ ਕਰਨੀ ਵੀ ਮੈਨੂੰ ਬ੍ਰਹਮ ਲੋਕ ਦੇ ਪਦਾਰਥ ਮਿਲਣ, ਸਵਰਗ ਲੋਕ ਦੇ ਪਦਾਰਥ ਮਿਲਣ, ਆ ਦੁਨੀਆ ਦੇ ਪਦਾਰਥ ਮੈਨੂੰ ਛਕਣ ਨੂੰ ਮਿਲਣ, ਕੋਈ ਵਾਸ਼ਨਾ ਨਾ ਰਹੇ। ਸੁਪਨ ਸਮਾਨ ਜਾਨ ਪਰ ਹਰੈ, ਜਿਵੇਂ ਸੁਪਨਾ ਝੂਠਾ ਹੁੰਦਾ ਹੈ, ਇਹ ਜੋ ਸੁਪਨਾ ਹੋਏ ਬੈਸ ਰਾਜਾ ਨੇਤਰ ਪਸਾਰਾ ਤਾਂ ਨਿਰਾਰਥਕ ਜਾਏ। ਸੁਪਨੇ ਦੇ ਸਮਾਨ ਜਾਣ ਕੇ ਨਾਸਵੰਤ ਝੂਠੇ ਇਹਨਾਂ ਦਾ ਤਿਆਗ ਕਰ ਦੇਣਾ। ਪਾਏ ਪਦਾਰਥ ਪ੍ਰਾਲਬਧ ਤੇ, ਜਿਹੜੇ ਕੋਈ ਬੜਾ ਲਾਭ ਹੈ ਕਿਸਮਤ ਹੈ, ਉਹਦੇ ਕਰਕੇ ਜਿਹੜਾ ਕੋਈ ਪਦਾਰਥ ਪਾ ਲੈਣਾ, ਕਿਸਮਤ ਕਰਕੇ ਪਦਾਰਥ ਲੱਭ ਜਾਣਾ। ਭੋਗਤ ਹੈ ਪਰ ਮਨ ਨਹਿ ਬੰਧ ਤੇ, ਕਹਿੰਦੇ ਉਹ ਸ਼ੱਕ ਛਕਾ ਲੈਂਦੇ ਹੈ ਪਰ ਉਹਦੇ ਪਦਾਰਥ ਵਿੱਚ ਆਪਣੇ ਮਨ ਨੂੰ ਨਹੀਂ ਬੰਧਾਇਆ, ਮਾਨ ਕਰਦੇ ਮਨ ਨੂੰ ਉਹਦੇ ਵਿੱਚ ਨਹੀਂ, ਕਹਿੰਦੇ ਖਚ ਪਰਦੇ ਬੰਨਦੇ ਹਨ। ਨਿਜ ਸਰੂਪ ਦਿਸ਼ ਬ੍ਰਿਤੀ ਲਗਾਵੇ, ਇਹਨਾਂ ਦੇ ਅੰਦਰ ਇਹ ਕਹਿੰਦੇ ਮਨ ਦਾ ਵਿਰਾਗ ਹੁੰਦਾ, ਧਰਤੀ ਪਰ ਉਹ ਆਪਣੇ ਸਵੈ ਸਰੂਪ ਦੀ ਤਰਫ ਆਪਣੀ ਮਨ ਦੀ ਬਿਰਤੀ ਨੂੰ ਲਗਾਉਂਦੇ ਵਿਸ਼ਾ ਵਾਸ਼ਨਾ ਤੇ ਉਲਟਾਵੇ। ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਵਿਸ਼ਿਆਂ ਦੀਆਂ ਵਾਸ਼ਨਾ ਇਹਦੇ ਵੱਲੋਂ ਆਪਣੇ ਮਨ ਦੀ ਬਿਰਤੀ ਨੂੰ ਉਲਟਾ ਕੇ ਰੱਖਦੇ, ਇਧਰ ਨਹੀਂ ਆਉਣ ਦਿੰਦੇ। ਤਥਾ ਜੋਗ ਵੀ ਦੋ ਪ੍ਰਕਾਰ, ਇਸੇ ਤਰ੍ਹਾਂ ਵੀ ਦੂਸਰਾ ਹੈ ਜਾਂ ਤੀਸਰਾ ਹੈ ਯੋਗ ਪੁਰਾਣਾ, ਜਾਂ ਉਹ ਵੀ ਅੱਗੇ ਕਹਿੰਦੇ ਦੋ ਤਰ੍ਹਾਂ ਦਾ ਹੈ। ਇੱਕ ਤਾਂ ਸੱਟ ਜੋਗ ਔਰ ਧਾਰ, ਇੱਕ ਤਾਂ ਕਸ਼ਟ ਜੋਗ ਔਰ ਧਾਰ। ਇੱਕ ਤਾਂ ਕਹਿੰਦੇ ਕਸ਼ਟ ਜੋਗ ਦੁਰਦੇਵੀ ਧਾਰਲਾ, ਜਿਹਨੂੰ ਹੱਠ ਜੋਗ ਵੀ ਕਹਿ ਦਿੰਦੇ, ਹੱਠ ਨਾਲ ਕਰਨਾ ਪੁਰਾਣਾ ਯਮ ਨੇ ਮਾਦ ਅਸ਼ਟ ਹੈ ਅੰਗ, ਆਹ ਕਹਿੰਦੇ ਜਿਹੜਾ ਅਸ਼ਟ ਜੋਗ ਹੈ ਨਾ ਇਹ ਪੁਰਾਣਾ ਜਾਮ ਹੈ, ਉਹਦੇ ਕਹਿੰਦੇ ਜਮ ਨੇ 8 ਅੰਗ ਹੈ। ਉਹ ਅੱਗੇ 15 ਤਰ੍ਹਾਂ ਦਾ ਜਮ ਹੈ, 15 ਤਰ੍ਹਾਂ ਦਾ ਨੇਮ ਹੈ, ਫਿਰ 84 ਆਸਣ ਨੇ, ਉਹਨਾਂ ਵਿੱਚੋਂ ਪਦਮ ਆਸਣ, ਸਿੱਧ ਆਸਣ, 2 ਮੁੱਖ ਆਸਣ ਨੇ। ਫਿਰ ਇਸ ਤੋਂ ਬਾਅਦ ਜਿਹੜਾ ਰੇਚਕ ਪੂਰਾ ਕੁੰਭ ਕਰਨਾ, ਪ੍ਰਾਣ ਚੜਾਉਣੇ ਠਹਿਰਾਉਣੇ, ਫਿਰ ਉਤਾਰਨੇ, ਇਸੇ ਤਰ੍ਹਾਂ ਅੱਗੇ ਧਾਰਨਾ ਆ ਜਾਂਦਾ ਹੈ। ਉਧਰੇ ਮਨ ਬਿਰਤੀ ਦਾ ਪ੍ਰਭਾਵ ਲਾਈ ਰੱਖਣਾ, ਜਾਈ ਜਾਣਾ, ਟਿਕਾਈ ਜਾਣਾ, ਇਹ ਧਾਰਨਾ ਹੈ। ਤੇ ਫਿਰ ਧਿਆਨ ਉਧਰ ਤ੍ਰਿਪਟੀ ਵਿੱਚ ਜਾਂ 10ਵੇਂ ਦੁਆਰ ਦੇ ਵਿੱਚ ਇੱਕ ਹਿੱਸਾ ਹੈ ਯੋਗ ਦਾ। ਇਹ ਅੱਗੇ ਸਮਾਧੀ ਉਦੋਂ ਤਰ੍ਹਾਂ ਦੀ ਨਿਰਵਿਕਲਪ ਤੇ ਸਾਵਿਕਲਪ, ਉੱਥੇ ਧਿਆਨ ਤੇ ਗਿਆਤਾ ਗਿਆਨ ਗੇ ਪ੍ਰਮਾਤਾ ਪ੍ਰਮਾਣ ਪ੍ਰਮੇਯ ਤ੍ਰਿਪਟੀ ਬਣੀ ਰਹਿਣੀ। ਇਹ ਸਾਵਿਕਲਪ ਸਮਾਧੀ ਹੈ, ਇਹ ਤ੍ਰਿਪਟੀ ਦਾ ਖਤਮ ਹੋ ਜਾਣਾ, ਇਹ ਨਿਰਵਿਕਲਪ ਸਮਾਧੀ। ਇਸ ਤਰ੍ਹਾਂ ਕਹਿੰਦੇ
ਕਿ ਜਿਹੜਾ ਜੋਗ ਹੈ ਇਹਦੇ 8 ਹਿੱਸੇ ਹਨ। ਸਕਲ ਕਹੇ ਬਹੁ ਵਧੇ ਪ੍ਰਸੰਗ। ਕਵੀ ਜੀ ਕਹਿੰਦਾ ਵੀ ਜੇ ਸਾਰਾ ਇੱਥੇ ਹੁਣ ਪ੍ਰਸੰਗ ਕਹੀਏ ਤੇ ਪ੍ਰਸੰਗ ਵੱਧ ਜਾਊਗਾ। ਜਿਵੇਂ ਮਹਾਰਾਜ ਨੇ ਸੁਣਾਇਆ ਸੀ ਵੀ ਇਹ ਜਿਹੜਾ ਜੋਗ ਅੱਗੇ 2 ਤਰ੍ਹਾਂ ਦਾ, ਇੱਕ ਹਠ ਜੋਗ ਹੈ, ਦੂਸਰ ਰੂਪ ਸੁਨੋ ਤਿਸ ਭੇਤ। ਹਾਂ, ਦੂਸਰਾ ਜਿਹੜਾ ਕਹਿੰਦੇ ਜੋਗ ਦਾ ਹੈ ਨਾ ਸਰੂਪ, ਉਹਦਾ ਵੀ ਭੇਦ ਸੁਣ ਲੈ। ਰੋਕ ਵਾਸ਼ਨਾ ਤੇ ਮਨ ਲੇਤ। ਉਹ ਕੀ ਹੈ ਵੀ ਜਿਹੜੀਆਂ ਮਨ ਦੀਆਂ ਵਾਸ਼ਨਾ ਉਧਰ ਵੱਲੋਂ ਉਸ ਪਾਸੋਂ ਆਪਣੇ ਮਨ ਨੂੰ ਰੋਕ ਲੈਣਾ। ਸਤਿਗੁਰ ਸ਼ਬਦ ਸਦੀਵ ਵਿਚਾਰੈ। ਮਨ ਦੀਆਂ ਵਾਸ਼ਨਾ ਨੂੰ ਰੋਕ ਕੇ ਤੇ ਸਤਿਗੁਰੂ ਦਾ ਜਿਹੜਾ ਸ਼ਬਦ ਹੈ ਉਪਦੇਸ਼ ਉਹਦੀ ਹਮੇਸ਼ਾ ਵਿਚਾਰ ਕਰਦੇ ਰਹਿ। ਜੀਵ ਬ੍ਰਹਮ ਇਕਤਾ ਨਿਰਧਾਰੈ। ਹਾਂ, ਜੀਵ ਕੀ ਹੈ, ਬ੍ਰਹਮ ਕੀ ਹੈ, ਇਹਦੀ ਏਕਤਾ ਕਹਿੰਦੇ ਨਿਰਣੇ ਕਰਨੀ। ਵੀ ਜੀਵ ਜਿਹੜਾ ਅਲਪਗ ਹੈ, ਸਤ ਹੈ, ਜੜ ਦੁਖ ਰੂਪ ਹੈ, ਬ੍ਰਹਮ ਸਰਬੱਗ ਹੈ, ਸਦਾ ਰਹਿਣ ਵਾਲਾ ਹੈ। ਆਤਮ ਵਿਖੈ ਜੁਟੀ ਬ੍ਰਿਤ ਰਹੈ। ਇਸ ਤਰ੍ਹਾਂ ਜੀਵ ਬ੍ਰਹਮ ਦੀ ਏਕਤਾ ਦਾ ਨਿਰਣਾ ਕਰਕੇ ਫਿਰ ਜਿਹੜਾ ਆਪਣਾ ਆਪਾ ਹੈ ਆਤਮਾ, ਉਹਦੇ ਵਿੱਚ ਮਨ ਦੀ ਬਿਰਤੀ ਜੁੜੀ ਰਹੇ। ਸ੍ਰੇਸ਼ਟ ਪਰਮ ਜੋਗ ਇਹ ਕਹੈ। ਇਹ ਕਹਿੰਦੇ ਜਿਹੜਾ ਪਰਮ ਜੋਗ ਹੈ ਇਹਨੂੰ ਬੜਾ ਸ੍ਰੇਸ਼ਟ ਜੋਗ ਕਿਹਾ ਜਾਂਦਾ ਹੈ। ਵਾਸਤਵ ਨਿਜ ਸਰੂਪ ਕੋ ਜਾਣੈ। ਹਾਂ, ਜਿਹੜਾ ਆਪਣਾ ਵਾਸਤਵ ਰੂਪ ਹੈ, ਆਪਣਾ ਯਥਾਰਥ ਰੂਪ ਹੈ, ਆਪਣਾ ਅਸਲੀ ਸਰੂਪ ਹੈ, ਉਹਨੂੰ ਜਾਣਨਾ। ਇਸ ਕੋ ਗਿਆਨੀ ਗਿਆਨ ਬਖਾਨੈ। ਇਸ ਨੂੰ ਕਹਿੰਦੇ ਜਿਹੜੇ ਗਿਆਨੀ ਲੋਕ ਗਿਆਨ ਕਹਿੰਦੇ। ਇੱਕ ਤਾਂ ਹੁੰਦਾ ਨਾ ਸ਼ਾਸਤਰਾਂ ਦਾ ਗਿਆਨ, ਇੱਕ ਇਸੇ ਤਰ੍ਹਾਂ ਬਾਹਰ ਦੁਨਿਆਵੀ ਗਿਆਨ ਹੈ, ਉਹਦੇ ਸੰਬੰਧੀ ਸਾਰਾ ਕੁਝ ਸਮਝ ਲੈਣਾ, ਜਾਣ ਲੈਣਾ, ਉਹ ਵੀ ਗਿਆਨ ਹੈ। ਇੱਕ ਕਹਿੰਦੇ ਆਪਣੇ ਸਵੈ ਸਰੂਪ ਦਾ ਜਾਣਨਾ, ਵੀ ਮੇਰਾ ਆਪਣਾ ਕੀ ਹੈ, ਕਿਹੋ ਜਿਹਾ ਹੈ, ਜਿਹੜਾ ਇਹਦਾ ਜਾਣਨਾ ਨਾ ਆਪਣੇ ਆਪੇ ਦਾ, ਇਸ ਨੂੰ ਗਿਆਨੀ ਲੋਕ ਜਿਹੜੇ ਗਿਆਨ ਕਹਿੰਦੇ। ਚੌਥੀ ਭਗਤ ਰੂਪ ਸੁਣ ਲਿਓ। ਹਾਂ, ਚੌਥਾ ਸਾਧਨ ਹੈ ਕਹਿੰਦੇ ਭਗਤੀ ਹੈ, ਉਹਦਾ ਵੀ ਭਗਤੀ ਦਾ ਸਰੂਪ ਵੀ ਸਾਧਨ ਦਾ ਸੁਣ ਲੋ। ਕਲੀ ਕਾਲ ਇਹ ਮੱਖ ਲਖੇ ਹੋ। ਮੁੱਖ ਲਖੇ ਹੋ। ਕਲਯੁਗ ਦੇ ਸਮੇਂ ਵਿੱਚ ਜਿਹੜਾ ਭਗਤੀ ਰੂਪ ਸਾਧਨ ਹੈ ਤਾਂ ਮੁਖੀ ਜਾਣ ਲੈ। ਵਾਹਿਗੁਰੂ ਕੀ ਜੈ ਨਿਜ ਸੁਆਮੀ। ਉਹ ਕੀ ਹੈ ਕਹਿੰਦੇ ਜਿਹੜਾ ਵਾਹਿਗੁਰੂ ਪਰਮੇਸ਼ਰ ਨੂੰ ਆਪਣਾ ਸੁਆਮੀ ਸਮਝ ਲਈਏ। ਸਕਲ ਸਕਤ ਯੁਤ ਅੰਤਰ ਜਾਮੀ। ਜਿਹੜਾ ਮੇਰਾ ਮਾਲਕ ਹੈ ਪਰਮੇਸ਼ਰ, ਸਾਰੀਆਂ ਸ਼ਕਤੀਆਂ ਦੇ ਸਹਿਤ ਅਤੇ ਅੰਦਰਲੀਆਂ ਜਾਣਨ ਵਾਲਾ ਅੰਤਰਜਾਮੀ ਹੈ। ਆਪ ਬਨਹਿ ਦਾਰਾ ਪ੍ਰਭ ਕੇਰੀ। ਆਪ ਕਹਿੰਦੇ ਜਿਹੜਾ ਭਗਤੀ ਕਰਨ ਵਾਲਾ ਹੈ ਪ੍ਰਭੂ ਦੀ, ਜਿਵੇਂ ਕੋਈ ਉਹ ਪਤਨੀ ਹੁੰਦੀ ਹੈ ਨਾ ਮਨੁੱਖ ਦੀ, ਉਹ ਕਹਿੰਦੇ ਉਹਦੇ ਪਤਨੀ ਵਾਂਗ ਹੋ ਜੇ, ਆਗਿਆ ਵਿੱਚ ਹੋਵੇ। ਪਤੀ ਬ੍ਰਤਾ ਕੀ ਰੀਤ ਵਡੇਰੀ। ਹਾਂ, ਜਿਵੇਂ ਪਤਵਰਤਾ ਦੀ ਰੀਤੀ ਬੜੀ ਮਹਾਨ ਹੁੰਦੀ ਹੈ। ਔਰ ਆ ਦੇਖਣਾ ਸੁਣਾਇਆ ਭਾਖੈ ਵਾਲੀ ਗੱਲ ਵੀ ਨਾ ਹੋਰ ਵਾਲੀ ਦੇਖੇ ਨਾ ਹੋਰ ਨਾਲ ਕੋਈ ਗੱਲ ਕਰੇ। ਤਨ ਮਨ ਧਨ ਸਭ ਅਰਪਹਿ ਪਤ ਕੋ। ਹਾਂ, ਜਿਵੇਂ ਕਹਿੰਦੇ ਜਿਹੜੀ ਉਹ ਪਤਵਰਤਾ ਇਸਤਰੀ ਹੁੰਦੀ ਹੈ, ਤਨ ਮਨ ਧਨ ਆਪਣੇ ਮਾਲਕ ਨੂੰ ਅਰਪਦੀ, ਉਹਦਾ ਹੀ ਸਭ ਕੁਝ ਸਮਝਦੀ। ਪਿਆਰੋ ਪਰਮ ਪ੍ਰੇਮ ਕਰ ਚਿੱਤ ਕੋ। ਇਸ ਤਰ੍ਹਾਂ ਮਹਾਨ ਪਿਆਰਾ ਕਹਿੰਦੇ ਜਾਣ ਕਰਕੇ ਚਿੱਤ ਦੇ ਨਾਲ ਉਹਦੇ ਕਰਕੇ ਪ੍ਰੇਮ ਕਰਦੀ ਹੈ। ਪਤ ਰਜਾਏ ਮਹਿ ਰਾਜੀ ਰਹੈ। ਆਪਣਾ ਜਿਹੜਾ ਪਤੀ ਉਹਦੀ ਆਗਿਆ ਵਿੱਚ ਹੀ ਰਾਜੀ ਖੁਸ਼ ਰਹਿੰਦੀ ਹੈ। ਵਿਛਰੇ ਨਿਤ ਮਿਲਬੇ ਕਹੁ ਚਾਹੈ। ਮਾਲਕ ਵਿਛੜ ਜਾਏ ਫਿਰ ਹਮੇਸ਼ਾ ਉਹਨੂੰ ਮਿਲਣਾ ਚਾਹੁੰਦੀ ਹੈ। ਜਾਵਤ ਮਿਲੈ ਨਾ ਰਚੈ ਉਪਾਈ। ਜਿੰਨਾ ਚਿਰ ਮਾਲਕ ਆ ਕੇ ਮਿਲ ਨਹੀਂ ਜਾਂਦਾ ਉਹਨਾਂ ਚਿਰ ਮਿਲਣ ਵਾਸਤੇ ਉਪਰਾਲੇ ਹੀਲੇ ਰਚਦੀ ਹੈ, ਕਰਦੀ ਹੈ। ਆਹ ਸੁਖਦ ਪਤ ਬਿਨ ਦੁਖਦਾਈ। ਕਿਉਂਕਿ ਉਹ ਜਾਣਦੀ ਹੈ ਵੀ ਪਤੀ ਦੇ ਨਾਲ ਹੀ ਸੁਖ ਹੈ ਤੇ ਪਤੀ ਤੋਂ ਬਗੈਰ ਤਾਂ ਸਭ ਕੁਝ ਦੁਖਦਾਈ ਹੀ ਹੈ। ਦੀਰਘ ਸਵਾਸ ਪਪਰੀ ਮੁਖ ਪੀਰੀ। ਇਸ ਕਰਕੇ ਪਤੀ ਤੋਂ ਬਗੈਰ ਲੰਮੇ ਹੌਕੇ ਲੈਂਦੀ ਹੈ, ਮੂੰਹ ਦਾ ਪੀੜਾ ਜਾ ਪੈ ਜਾਂਦਾ। ਅਸਰੂ ਬਹਿ ਤਰਹਿ ਨਹਿ ਧੀਰੀ। ਇਸ ਤਰ੍ਹਾਂ ਪਤੀ ਤੋਂ ਬਗੈਰ ਅਥਰੂ ਡਿਗਰੇ ਹਨ, ਧੀਰਨੀ ਧਾਰਦੀ ਹੈ। ਸੋ ਤਿਸ ਪਤ ਕੀ ਬਾਤ ਸੁਣਾਵੈ। ਸੋ ਨਹੀਂ ਜੋ ਤਿਸ ਪਤ ਕੀ ਬਾਤ
ਜਿਹੜਾ ਕਹਿੰਦੇ ਉਹ ਮਾਲਕ ਦੀ ਆ ਕੇ ਕੋਈ ਬਾਹਰੋਂ ਗੱਲ ਸੁਣਾਉਂਦਾ, सेवा कर है प्रेम को लावै। ਆਹੋ ਕਹਿੰਦੇ ਗੱਲ ਸੁਣਾਉਣ ਵਾਲੇ ਦੀ ਵੀ ਸੇਵਾ ਕਰਦੀ ਹੈ, ਪ੍ਰੇਮ ਲਾਉਂਦੀ ਵੀ। ਤੂੰ ਧੰਨ ਮੇਰੇ ਮਾਲਕ ਦੀ ਆ ਕੇ ਗੱਲ ਦੱਸੀ ਹੈ ਵੀ ਆ ਰਿਹਾ ਹੈ। पत परमेश्वर प्रेम पछानै। ਆ ਜਿਹੜਾ ਪਤੀ ਹੈ ਉਹ ਕਹਿੰਦੇ ਪਰਮੇਸ਼ਰ ਹੈ। ਜਦੋਂ ਇਹ ਕਹਿੰਦੇ ਭਗਤੀ ਕਰਨ ਵਾਲਾ ਜਿਹੜਾ ਭਗਤਨੀ ਵਾਂਗ ਪਤਵਰਤਾ ਵਾਂਗ ਉਹਦੇ ਪ੍ਰੇਮ ਨੂੰ ਪਛਾਣਦਾ ਹੈ। मिलह प्रयासो रलिया ठानै। ਪਿਆਰੀ ਭਗਤੀ ਕਰਨ ਵਾਲੇ ਨੂੰ ਮਿਲਦਾ, ਫਿਰ ਰੁਝੀਆਂ ਖੁਸ਼ੀਆਂ ਮਾਣਦਾ ਹੈ। तिनके बस होए फिर है पिछारी। ਉਧਰ ਪਤਵਰਤਾ ਦੇ ਅੱਗੇ ਪਿੱਛੇ ਫਿਰਦਾ, ਇਸ ਤਰ੍ਹਾਂ ਭਗਤੀ ਕਰਨ ਵਾਲੇ ਦੇ ਅੱਗੇ ਪਿੱਛੇ ਪਰਮੇਸ਼ਰ ਬਸ ਹੋਇਆ ਫਿਰਦਾ ਹੈ। ਫਿਰ इम हर भगत लेह उरतारी। ਇਸ ਤਰ੍ਹਾਂ ਇਹ ਜਿਹੜੀ ਚੌਥੀ ਵਾਹਿਗੁਰੂ ਦੀ ਭਗਤੀ ਸਾਧਨ ਹੈ, ਇਹਦੇ ਵਿੱਚ ਧਾਰ ਲੋ, ਭਗਤੀ ਕਰਨ ਲੱਗੋ। ਪਰਮੇਸ਼ਰ ਕਹਿੰਦੇ ਤੁਹਾਡੇ ਅੱਗੇ ਪਿੱਛੇ ਫਿਰੇਗਾ। सुन सतगुर के बाक सुहाए। ਕਿਉਂ ਗੁਰੂ ਅੰਗਦ ਸਾਹਿਬ ਜੀ ਦੇ ਮੁਖ ਤੋਂ ਸੋਭਨੀਕ ਬਚਨ ਸੁਣ ਕਰਕੇ तीनों भगत भये सुख पाए। ਤਿੰਨੇ ਕਹਿੰਦੇ ਭਗਤੀ ਕਰਨ ਵਾਲੇ ਭਗਤ ਹੋ ਗਏ ਤੇ ਸੁਖ ਪਾਇਆ ਤਿੰਨਾਂ ਨੇ। सत संगत की सेवा लागे। ਨਾਲ ਨਾਲ ਭਗਤੀ ਕਰਦੇ ਹੈ, ਸਤਸੰਗ ਦੀ ਵੀ ਸੇਵਾ ਕਰਨ ਵਿੱਚ ਲੱਗ ਗਏ। प्रेम परमेश्वर के मन जागे। ਪਰਮੇਸ਼ਰ ਦਾ ਜਿਹੜਾ ਪ੍ਰੇਮ ਹੈ ਉਹ ਵੀ ਮਨ ਵਿੱਚ ਜਾਗ ਆਇਆ ਇਹਨਾਂ ਦੇ। मल्लू शाही आदिक सारे। ਮੱਲੂ ਸ਼ਾਹੀ ਤੋਂ ਆ ਲੈ ਕੇ ਜਿਹੜੇ ਸਾਰੇ ਭਾਈ ਪਾਰੋ ਜੁਲਕਾ ਭੂਲਾ ਨਰੈਣ ਦਾਸ ਭਾਈ ਜੀਵਾ ਆਦਿ ਕੇ ਜਿਹੜੇ ਸਾਰੇ ਅਗਣੇ श्री अंगद के रहे द्वारे। ਇਹ ਸਾਰੇ ਜਿਹੜੇ ਗਿਣ ਕੇ ਦੱਸੇ ਆ ਗੁਰੂ ਅੰਗਦ ਸਾਹਿਬ ਜੀ ਦੇ ਦਰਬਾਰ ਵਿੱਚ ਹੀ ਰਹੇ ਜ਼ਿੰਦਗੀ ਭਰ। श्री गुरु अमरदास टिग रहे। ਫਿਰ ਉਸ ਤੋਂ ਬਾਅਦ ਜਦੋਂ ਗੁਰੂ ਅਮਰਦਾਸ ਸਾਹਿਬ ਜੀ ਗੁਰਤਾ ਗੱਦੀ ਦੇ ਮਾਲਕ ਹੋਏ, ਉਹਨਾਂ ਦੇ ਕੋਲ ਵੀ ਇਹ ਰਹੇ ਆ। कर सिक्खी को शुभ गत लहै। ਹਾਂ ਇਸ ਤਰ੍ਹਾਂ ਕਹਿੰਦੇ ਜੋ ਗੁਰੂ ਨਾਨਕ ਸਾਹਿਬ ਦੀ ਸਿੱਖੀ ਨੂੰ ਧਾਰਨ ਕਰਕੇ ਇਹਨਾਂ ਨੇ ਗੁਰੂ ਅਮਰਦਾਸ ਸਾਹਿਬ ਜੀ ਦੀ ਹਜ਼ੂਰੀ ਵਿੱਚ ਚੰਗੀ ਗਤੀ ਚੰਗੀ ਕਲਿਆਣ ਪ੍ਰਾਪਤ ਕਰ ਲਈ ਹੈ। इन सो मिले अपर सिख होए। ਇਹਨਾਂ ਨਾਲ ਮਿਲ ਕਰਕੇ ਜੋ ਗੁਰੂ ਕੇ ਸਿੱਖ ਹੋ ਗਏ, सतगुर जस को हृदय परोए। ਉਹਨਾਂ ਨੇ ਵੀ ਕਹਿੰਦੇ ਸਤਿਗੁਰੂ ਦੇ ਜਸ ਨੂੰ ਹਿਰਦੇ ਵਿੱਚ ਪਰੋ ਲਿਆ, ਵਸਾ ਲਿਆ। बड़े भाग जिन है जग जागे। ਤਾਂ ਕਵੀ ਜੀ ਕਹਿੰਦੇ ਆ ਜਿਨ੍ਹਾਂ ਦੇ ਕੋਈ ਵੱਡੇ ਭਾਗ ਸੰਸਾਰ ਦੇ ਵਿੱਚ ਜਾਗੇ ਹਨ, ਪ੍ਰਗਟ ਹੋਏ ਹਨ। गुरमिल प्रभु प्रेम मह पागे। ਉਹ ਗੁਰੂ ਅੰਗਦ ਸਾਹਿਬ ਜੀ ਨਾਲ ਮਿਲ ਕਰਕੇ ਪਰਮੇਸ਼ਰ ਦੇ ਪ੍ਰੇਮ ਦੇ ਵਿੱਚ ਹੀ ਰੰਗੇ ਗਏ। ਉਹ ਭਾਈ ਗੁਰਦਾਸ ਜੀ ਨੇ 11ਵੀਂ ਵਾਰ ਦੇ ਵਿੱਚ ਇਹ ਕੁਝ ਗੁਰਸਿੱਖਾਂ ਦੇ ਜਿਹੜੇ ਖਾਸ ਸਿੱਖ ਸੀ ਜਿਨ੍ਹਾਂ ਨੇ ਮਹਾਨ ਸੇਵਾ ਕੀਤੀ, ਬਹੁਤੇ ਨਿਹਾਲੋ ਨਿਹਾਲ ਹੋਏ, ਉਹਨਾਂ ਦੇ ਨਾਂ 11ਵੀਂ ਵਾਰ ਦੇ ਵਿੱਚ ਦਿੱਤੇ ਨੇ। ਉਹਨਾਂ ਵਿੱਚੋਂ ਇਹ ਕਵੀ ਸੰਤੋਖ ਸਿੰਘ ਜੀ ਨੇ ਇੱਥੇ ਨਾਂ ਦੇ ਦਿੱਤੇ। ਉਹ ਗਿਆਨ ਰਤਨਾਵਲੀ ਜੋ ਭਾਈ ਮਨੀ ਸਿੰਘ ਜੀ ਨੇ ਉਹ ਗੁਰਸਿੱਖ ਰਤਨਾਵਲੀ ਪੁਸਤਕ ਲਿਖੀ ਹੈ, ਜਨਮ ਸਾਖੀ ਲਿਖੀ, ਉਹਦੇ ਵਿੱਚ ਵੀ ਇਹ ਨਾਂ ਖੋਲ ਕੇ ਵਾਰਤਕ ਰੂਪ ਵਿੱਚ ਆ ਜਾਂਦੇ। ਭਾਈ ਗੁਰਦਾਸ ਜੀ 11ਵੀਂ ਵਾਰ ਦੇ ਵਿੱਚ ਸੰਖੇਪ ਰੂਪ ਵਿੱਚ ਹੀ ਆਉਂਦੇ ਹੈ, ਯਾਨੀ ਨਾ ਹੀ ਹੈ, ਬਾਕੀ ਉਹਨਾਂ ਦਾ ਜੀਵਨ ਨਹੀਂ ਦੱਸਿਆ ਹੈ। ਗੁਰਸਿੱਖ ਰਤਨਾਵਲੀ ਜੋ ਭਾਈ ਮਨੀ ਸਿੰਘ ਜੀ ਨੇ ਲਿਖੀ, ਉਹਦੇ ਵਿੱਚ ਉਹਨਾਂ ਨੇ ਥੋੜਾ ਜੀਵਨ ਵੀ ਲਿਖਿਆ ਹੈ। ਸੋ ਇਸ ਤਰ੍ਹਾਂ ਗੁਰਸਿੱਖ ਰਤਨਾਵਲੀ ਜਿਹੜੀ ਪੁਸਤਕ ਹੈ ਡਾਕਟਰ ਵੀਰ ਸਿੰਘ ਜੀ ਨੇ ਇੱਕ ਵਾਰੀ ਛਾਪੀ ਸੀ, ਖਾਲਸਾ ਸਮਾਚਾਰ, ਸ਼ਾਇਦ ਅੱਜ ਕੱਲ੍ਹ ਉਹ ਡਾਕਟਰ ਵੀਰ ਸਿੰਘ ਸਦਨ ਦਿੱਲੀ ਵਾਲਿਆਂ ਨੇ ਛਾਪੀ ਹੋਈ ਹੈ। ਉੱਥੋਂ ਸਾਨੂੰ ਇਹ ਹਾਸਲ ਹੋ ਸਕਦੀ ਹੈ। ਗੁਰਸਿੱਖ ਰੂਪ ਵਿੱਚ ਲਿਖੀ ਹੈ ਕਿ ਉਸੇ ਦਾ ਹੀ ਕਵੀ ਸੰਤੋਖ ਸਿੰਘ ਜੀ ਨੇ ਲੱਥਾ ਕੀਤਾ ਹੈ। ਇਸ ਕਰਕੇ ਜਿਵੇਂ ਅੱਗੇ ਗੁਰਸਿੱਖਾਂ ਦੇ ਪ੍ਰਸੰਗ ਆਉਣਗੇ ਉਹ ਪੜ੍ਹ ਕੇ ਆਪਾਂ ਲਾਹਾ ਲਾਵਾਂਗੇ। ਇੱਥੇ ਹੁਣ ਇਹ ਅੰਸੂ ਇਹ ਪ੍ਰਸੰਗ ਸੰਪੂਰਨ
ਅੱਜ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਵੀ ਪਾਵਨ ਪਵਿੱਤਰ ਅਵਤਾਰ ਦਿਹਾੜਾ ਹੈ। ਇਸ ਸੰਬੰਧ ਵਿੱਚ ਜੋ ਸਾਡੇ ਨਗਰ ਵਿੱਚ ਬਾਹਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਿੱਥੇ ਮੁਬਾਰਕ ਚਰਨ ਪਏ ਉਹ ਗੁਰਦੁਆਰਾ ਬੇਰੀ ਸਾਹਿਬ ਸੁਭਾਇਮਾਨ ਹੈ। ਉੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਗਮਨ ਦਿਹਾੜੇ ਨੂੰ ਸਨਮੁਖ ਸਮਕਸ਼ ਰੱਖਦਿਆਂ ਹੋਇਆਂ ਪਰਸੋਂ ਤੋਂ ਲੈ ਕੇ ਤੁਰਕੀ ਬਾਣੀ ਸੱਚਕੀ ਬਾਣੀ ਦੇ ਸ੍ਰੀ ਅਖੰਡ ਪਾਠ ਸ੍ਰੀ ਜਪਜੀ ਸਾਹਿਬ ਗੁਰਮਤਿ ਮਰਜ਼ਾਦਾ ਅਨੁਸਾਰ ਪ੍ਰਾਰੰਭ ਹੋਏ ਗ੍ਰੰਥੀ ਸਾਹਿਬਾਨ ਇੱਕ ਓਂਕਾਰ ਤੋਂ ਲੈ ਕੇ 18-10-20 ਤੱਕ ਸੰਪੂਰਨ ਪਾਠ ਕਰਕੇ ਉੱਥੇ ਭੋਗ ਪਾਉਣਗੇ ਤੇ ਉਸ ਤੋਂ ਉਪਰੰਤ ਰਾਗੀ ਸਾਹਿਬਾਨ ਅੱਧਾ ਘੰਟਾ 40 ਮਿੰਟ ਤੱਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਗਮਨ ਦਿਹਾੜੀ ਗੁਸ਼ੀ ਗੁਰ ਸ਼ਬਦ ਕੀਰਤਨ ਕਰਕੇ ਨਿਹਾਲ ਕਰਨਗੇ। ਮਾਤਰ ਵੀ ਉਸ ਸਥਾਨ ਦੇ ਦਰਸ਼ਨ ਕਰਦਾ ਹੋਇਆ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿਵੇਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਗੁਰੂ ਕੇ ਮਹਿਲ ਵਾਲੇ ਸਥਾਨ ਤੇ ਅਵਤਾਰ ਧਾਰਿਆ, ਬਾਲ ਲੀਲਾ ਕੀਤੀ, ਜੰਗ ਯੁੱਧ ਕੀਤੇ, ਉਸ ਸੰਕਟ ਨਾਲ ਥੋੜਾ ਬਹੁਤਾ ਪ੍ਰਸੰਗ ਸੁਣਾਉਣ ਦੀ ਕੋਸ਼ਿਸ਼ ਕਰੇਗਾ। ਜਿੰਨੇ ਵੀ ਅਸੀਂ ਇੱਥੇ ਗੁਰੂ ਕੇ ਦਰਬਾਰ ਵਿੱਚ ਬੈਠੇ ਹਾਂ ਉਹ ਰਾਤ ਦੇ ਸਮੇਂ ਇਸ ਤਰ੍ਹਾਂ ਉਹ ਸਪੀਕਰ ਰਾਹੀਂ ਸਾਰੀ ਗੱਲ ਕਹੀ ਦਿੱਤੀ ਸੀ। ਉਹ 10:30 ਵਜੇ ਉੱਥੇ ਸਾਰੀ 11 ਵਜੇ ਸਮਾਪਤੀ ਹੋ ਜਾਊਗੀ। ਪਹਿਲਾਂ ਹੁਣ ਜਿਹੜਾ ਇਹ ਸ੍ਰੀ ਅਖੰਡ ਪਾਠ ਪ੍ਰਾਰੰਭ ਹੋਇਆ ਉਹਦਾ ਭੋਗ ਪਾਉਣ ਲੱਗ ਪੈਣਗੇ 8:30 ਵਜੇ ਗ੍ਰੰਥੀ ਸਾਹਿਬਾਨ। ਉਦੋਂ ਬਾਅਦ 9:30 ਵਜੇ ਤੋਂ ਲੈ ਕੇ 10-10:15 ਤੱਕ ਰਾਗੀ ਸੰਕੀਰਤਨ ਕਰਨਗੇ। ਉਸ ਤੋਂ ਬਾਅਦ ਥੋੜ੍ਹੀ ਬਹੁਤੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਵਤਾਰ ਦਿਹਾੜੇ ਦੀ ਜਿਹੜੀ ਵਿਚਾਰ ਉਹ ਆਪਾਂ ਰਲ ਮਿਲ ਕੇ ਪੜ੍ਹਾ ਸੁਣਾਂਗੇ, ਲਾਹਾ ਲਵਾਂਗੇ। ਸਾਰੀਆਂ ਸਿੱਖ ਸੰਗਤਾਂ ਤੇ ਉੱਥੇ ਵੀ ਜਾ ਕੇ ਗੁਰੂ ਮਹਾਰਾਜ ਦੇ ਸਥਾਨ ਦੇ ਦਰਸ਼ਨ ਕਰਨੀ, ਖੇਚਲ ਕਰਨੀ, ਕੀਰਤਨ ਸੁਣਨਾ, ਆਗਮਨ ਦੀ ਕਥਾ ਸੁਣ ਕੇ ਆਪਣੇ ਆਪ ਨੂੰ ਸਫਲੇ ਤੇ ਸੁਭਾਗੀ ਬਣਾਉਣਾ ਜੀ। ਇੱਥੇ ਆਪਾਂ ਹੁਣ ਸਮਾਪਤੀ ਕਰੀਏ। ਅਰਦਾਸ ਵੀ ਜੁੜੀਏ ਜੀ। 300 ਮਿਲੇ ਅਪਰ ਸਿੱਖ ਹੋਏ, ਸਤਿਗੁਰ ਜਸ ਕੋ ਹਿਰਦੇ ਪਰੋਏ। ਬੜੇ ਭਾਗ ਜਿਨਕੇ ਜਗ ਜਾਗੇ, ਗੁਰ ਮਿਲ ਪ੍ਰਭੂ ਪ੍ਰੇਮ ਮਹਿ ਪਾਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।